किसान जथेबंदियां किसान ਜਿਹੜੇ ਨੇ ਉਹ ਤਿੰਨੇ ਬਿੱਲਾਂ ਦਾ ਵਿਰੋਧ ਕਰ ਰਹੇ ਨੇ ਤੁਸੀਂ ਕਿਸਾਨਾਂ ਦੇ ਨਾਲ ਹੋ ਅਸੀਂ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆ ਤੇ ਅੱਗੇ ਵੀ ਕਿਸਾਨਾਂ ਦੇ ਨਾਲ ਰਵਾਂਗੇ ਯਾਨੀ ਤੁਸੀਂ ਤਿੰਨੇ ਬਿੱਲਾਂ ਦਾ ਵਿਰੋਧ ਕਰ ਰਹੇ ਹੋ ਬਿਲਕੁਲ ਨਹੀਂ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸਾਨਾਂ ਦੇ ਨਾਲ ਆ ਪਰ ਮੈਂ ਤਿੰਨੇ ਬਿੱਲਾਂ ਦਾ ਵਿਰੋਧ ਨਹੀਂ ਕਰ ਰਿਹਾ ਇਹ ਤਾਂ ਦੋਗਲਾਪੰਤੀ ਹੋਈ ਨਹੀਂ 25 ਲੱਖ ਵਰਕਰ ਜੇ ਪੰਜਾਬ 'ਚ ਹੈਗੇ ਨੇ ਤਾਂ ਸਾਰੇ ਦੇ ਸਾਰੇ ਵਰਕਰ ਫੇਲ ਹੋ ਗਏ ਕਿਸਾਨਾਂ ਨੂੰ ਇਹਨਾਂ ਬਿੱਲਾਂ ਦੇ ਫਾਇਦੇ ਸਮਝਾਉਣ ਦੇ ਵਿੱਚ ਬੀਜੇਪੀ ਦੇ ਲੀਡਰ ਕਲੇਮ ਕਰ ਰਹੇ ਨੇ ਕਿ ਬਿੱਲਾਂ ਦੇ ਫਾਇਦੇ ਸਮਝਾ ਰਹੇ ਹੋ ਜੇ ਸਮਝਾ ਰਹੇ ਹੋ ਤਾਂ ਕਿਸਾਨ ਕਿਉਂ ਨਹੀਂ ਸਮਝ ਪਾ ਰਿਹਾ ਇੱਕ ਕਿਸਾਨ ਨਹੀਂ ਸਮਝੇਗਾ ਦੋ ਨਹੀਂ ਸਮਝੂਗੇ ਇਹ ਅੰਦੋਲਨ ਜਨ ਅੰਦੋਲਨ ਕਿਉਂ ਬਣਿਆ ਇਸ ਗੱਠਜੋੜ ਦੇ ਟੁੱਟਣ ਦੇ ਨਾਲ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਬੀਜੇਪੀ ਨੂੰ ਕੀ ਪ੍ਰਭਾਵ ਪੈਣ ਵਾਲਾ ਬੀਜੇਪੀ ਦੇ ਕਿਉਂਕਿ ਪਿੰਡੂ ਵਰਗ ਹੈ ਜਿਹੜਾ ਉਹ ਤਾਂ ਕਹਿ ਰਿਹਾ ਕਿਸੇ ਪਿੰਡਾਂ 'ਚ ਨਹੀਂ ਵੜਨ ਦੇਣਾ ਬੀਜੇਪੀ ਲੀਡਰਸ ਨੂੰ ਲੋਕਤੰਤਰ ਤੁਸੀਂ ਪਿੰਡਾਂ 'ਚ ਵੜਨ ਨਹੀਂ ਦੇਵੋਗੇ ਗੁੰਡਾਗਰਦੀਆਂ ਨੇ ਮੌਜੂਦਾ ਕੈਪਟਨ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ ਸਰ ਲੋਕਤੰਤਰ ਦਾ ਘਾਣ ਤਾਂ ਉਦੋਂ ਵੀ ਹੋਇਆ ਜਦੋਂ ਕਿਸਾਨ ਦਿੱਲੀ ਕੂਚ ਕਰ ਰਹੇ ਸਨ ਖੱਟੜ ਸਰਕਾਰ ਨੇ ਜਾਂ ਸਾਡੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਕੀ ਨਹੀਂ ਕੀਤਾ ਅੱਜ ਉਸ ਅੰਦੋਲਨ ਦੇ ਅੰਦਰ ਕਿਤੇ ਖਾਲਿਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਹਨ ਕਿਤੇ ਖਾਲਿਸਤਾਨ ਦੇ ਨਾਅਰੇ ਲਾਏ ਜਾ ਰਹੇ ਹਨ ਕਿਤੇ ਲਾਲ ਝੰਡਾ ਦਿਖਾ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਅਮਿਤ ਸ਼ਾਹ ਜੀ ਨੇ ਕਿਹਾ ਸੀ ਕਿ ਜਿਹੜਾ ਵੀ ਕਿਸਾਨਾਂ ਨੂੰ ਖਾਲਿਸਤਾਨੀ ਮਾਓਵਾਦੀ ਅੱਤਵਾਦੀ ਕਹੇਗਾ ਮੈਂ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਦੀ ਨਿੰਦਿਆ ਕਰਾਂਗਾ ਤੇ ਤੁਸੀਂ ਮੈਂ ਵੀ ਨਿੰਦਿਆ ਕਰਦਾ ਤੁਸੀਂ ਕਿਸਾਨ ਭਾਰਤ ਦਾ ਇਹ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਹੈ ਬੰਸਲ ਸਾਹਿਬ ਤੇ ਇਹ ਕਹਿ ਰਹੇ ਲੋਕ ਕਿ ਅਜਿਹਾ ਅੰਦੋਲਨ ਕਿਤੇ ਦੇਖਿਆ ਹੀ ਨਹੀਂ ਹੈ ਜਿੱਥੇ ਇੱਕ ਗਲਾਸ ਵੀ ਨਾ ਟੁੱਟਿਆ ਹੋਵੇ ਕਿਸਾਨ ਸ਼ਹਾਦਤ ਦਾ ਜਾਮ ਪੀ ਰਹੇ ਨੇ ਆਪਣੀ ਜਾਨ ਕੋਈ ਫਾਹਾ ਲੈ ਕੇ ਖੁਦਕੁਸ਼ੀ ਕਰ ਰਿਹਾ ਹੈ ਇੱਕ ਸੰਤ ਆਪਣੇ ਆਪ ਨੂੰ ਗੋਲੀ ਮਾਰ ਲੈਂਦੇ ਨੇ ਤਾਂ ਅਜਿਹੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਦੇਸ਼ ਵਿਰੋਧੀ ਐਲੀਮੈਂਟਸ ਨਹੀਂ ਮੇਨ ਇਹਨਾਂ ਨੂੰ ਇਸ ਗੱਲ ਲਈ ਅੰਦੋਲਨ ਸ਼ੁਰੂ ਹੋਇਆ ਸੀ ਵੀ ਤਿੰਨ ਬਿੱਲ ਰੱਦ ਕਰੋ ਹਾਂ ਨਹੀਂ ਤਿੰਨ ਬਿੱਲ ਰੱਦ ਕਰਨ ਦੀ ਗੱਲ ਬਾਅਦ ਚਾਹੀਏ ਬੀਜੇਪੀ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਕਾਂਗਰਸ ਵਹਿੰਦੀ ਗੰਗਾ ਦੇ ਵਿੱਚ ਹੱਥ ਧੋ ਰਹੀ ਹੈ ਕਦੀ ਕਹਿ ਰਹੇ ਹੋ ਆਮ ਆਦਮੀ ਪਾਰਟੀ ਇਹ ਸਿਆਸੀ ਰੋਟੀਆਂ ਸੇਕਣੀਆਂ ਕਿਉਂ ਜ਼ਰੂਰੀ ਨੇ ਕਿਸਾਨ ਰੋ ਰਿਹਾ ਕਿਸਾਨ ਮਰ ਰਿਹਾ ਕਿਸਾਨ ਮੰਗ ਰਿਹਾ ਆਪਣਾ ਹੱਕ ਇਹਦੇ ਵੱਲ ਕਿਉਂ ਨਹੀਂ ਧਿਆਨ ਜ਼ਿਆਦਾ ਦਿੱਤਾ ਜਾਂਦਾ ਫਿਰ ਇਹ ਤਾਂ ਆਪ ਨੂੰ ਪੁੱਛੋ ਨਾ ਜਿਹੜੇ ਸਿਆਸੀ ਰੋਟੀਆਂ ਸੇਕ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛਣਾ ਜਿਹੜੇ ਸਿਆਸੀ ਰੋਟੀਆਂ ਸੇਕ ਰਹੇ ਕਾਂਗਰਸ ਨੂੰ ਪੁੱਛਣਾ ਜਿਹੜੇ ਸਿਆਸੀ ਰੋਟੀਆਂ ਸੇਕ ਰਹੇ ਸਾਡੀ ਤਾਂ ਅਸੀਂ ਸਿਆਸਤ ਕਰਦੇ ਨਹੀਂ ਕਿਆ ਤਿਕਸ਼ਨ ਸੂਦ ਦੇ ਇੱਕ ਆਮ ਇਨਸਾਨ ਹੈ ਉਹਦੇ ਕੋਈ ਅਧਿਕਾਰ ਨਹੀਂ ਹੈ ਪ੍ਰਵੀਨ ਬਾਂਸਲ ਹੈ ਉਹਦਾ ਕੋਈ ਅਧਿਕਾਰ ਨਹੀਂ ਹੈ ਔਰ ਬਿਲਕੁਲ ਇਹ ਕਾਂਗਰਸ ਦੇ ਕਿਸਾਨ ਕਿਉਂ ਆਤਮ ਹੱਤਿਆ ਕਰਦਾ ਰਿਹਾ ਉਹ ਆਤਮ ਹੱਤਿਆ ਰੋਕਣ ਵਾਸਤੇ ਬੀਜੇਪੀ ਇਸ ਗੱਲ ਦੀ ਚਿੰਤਾ ਕਰਦੀ ਹੈ ਤੇ ਆਤਮ ਹੱਤਿਆਵਾਂ ਕਿੱਥੇ ਰੁਕ ਰਹੀਆਂ ਨੇ ਅੰਦੋਲਨ ਦੇ ਦੌਰਾਨ ਰੁਕਣ ਗਿਆ ਨਾ ਹੁਣ ਮਲਵਿੰਦਰ ਕੰਗ ਜੀ ਦੇ ਅਸਤੀਫੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਤਾਂ ਕਹਿੰਦੇ ਨੇ ਕਿ ਮੈਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਸਤੀਫਾ ਦਿੱਤਾ ਹੈ ਹਲੇ 3 ਮਹੀਨੇ ਪਹਿਲੇ ਉਹ ਜਨਰਲ ਸੈਕਟਰੀ ਉਹਨਾਂ ਦੀ ਆਪਣੀ ਸੋਚ ਹੈ ਮਲਵਿੰਦਰ ਕੰਗ ਜੀ ਦੀ ਆਪਣੀ ਸੋਚ ਹੈ ਉਹਨਾਂ ਨੇ ਫੈਸਲਾ ਲਿਆ ਤੇ ਜਿਵੇਂ ਬਾਕੀ ਕਿਸੇ ਨੇ ਦੂਸਰੇ ਦੀਆਂ ਗੱਲਾਂ 'ਚ ਆ ਗਿਆ ਹੋ ਸਕੇ ਮਨਵਿੰਦਰ ਕੰਗ ਜੀ ਵੀ ਆ ਗਏ ਹੋਣ ਇੰਨੇ ਇਮੈਚੁਰ ਤਾਂ ਮੈਨੂੰ ਲੱਗਦਾ ਲੀਡਰ ਹੋ ਨਹੀਂ ਸਕਦੇ ਸਾਡੇ ਕਿ ਦੂਸਰਿਆਂ ਦੀਆਂ ਗੱਲਾਂ 'ਚ ਆ ਕੇ ਅਸਤੀਫੇ ਦੇਣਾ ਤੁਸੀਂ ਸਮਝਾ ਕਿਉਂ ਨਹੀਂ ਪਾ ਰਹੇ ਫਾਇਦੇ ਕੀ ਨੇ ਪੀਏਯੂ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਿਸਟਰ ਜੋਹਲ ਵਿਗਿਆਨੀ ਨੇ ਉਹ ਕਹਿ ਰਹੇ ਨੇ ਕਿ ਮੈਂ ਜਿਨ੍ਹਾਂ ਨੇ ਆਪਣਾ ਅਵਾਰਡ ਪਿੱਛੇ ਜੇ ਐਕਸੈਪਟ ਕਰਨ ਤੋਂ ਮਨਾ ਕਰ ਦਿੱਤਾ ਸੀ ਤੁਹਾਨੂੰ ਉਹਨਾਂ ਦਾ ਆਰਟੀਕਲ ਜ਼ਰੂਰ ਅਵਾਰਡ ਤਾਂ ਡਰਾਮੇਬਾਜ਼ੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਮਨ ਜੇਟਲੀ ਇਸ ਵੇਲੇ ਦਾ ਸਭ ਤੋਂ ਭਖਦਾ ਮਸਲਾ ਕਿਸਾਨ ਅੰਦੋਲਨ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਆਉਣ ਵਾਲੀ 4 ਤਰੀਕ ਦੀ ਮੀਟਿੰਗ ਕਿਸਾਨਾਂ ਦੀ ਕੇਂਦਰ ਦੇ ਨਾਲ ਬੜੀ ਅਹਿਮ ਹੋਣ ਵਾਲੀ ਹੈ ਜੇ ਇਸ ਮੀਟਿੰਗ ਦੇ ਵਿੱਚ ਸਿੱਟਾ ਨਹੀਂ ਨਿਕਲਦਾ ਤਾਂ ਕਿਸਾਨ ਆਪਣੀ ਅਗਲੀ ਰਣਨੀਤੀ ਵੀ ਉਲੀਕ ਚੁੱਕਾ ਹੈ ਮੇਰੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਬੀਜੇਪੀ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਪ੍ਰਵੀਨ ਬੰਸਲ ਮੌਜੂਦ ਨੇ ਬੰਸਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਕਿਸਾਨ ਜਿਹੜੇ ਨੇ ਉਹ ਤਿੰਨੇ ਬਿੱਲਾਂ ਦਾ ਵਿਰੋਧ ਕਰ ਰਹੇ ਨੇ ਤੁਸੀਂ ਕਿਸਾਨਾਂ ਦੇ ਨਾਲ ਹੋ ਅਸੀਂ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਕਿਸਾਨ ਦੇ ਨਾਲ ਆ ਤੇ ਅੱਗੇ ਵੀ ਕਿਸਾਨਾਂ ਦੇ ਨਾਲ ਰਵਾਂਗੇ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ
ਔਰ ਹਿੰਦੁਸਤਾਨ ਸਾਡਾ ਕ੍ਰਿਸ਼ੀ ਪ੍ਰਧਾਨ ਦੇਸ਼ ਹੈ। ਸਾਡੀ ਇਕਨੋਮੀ, ਸਾਡਾ ਸੋਸ਼ਲ, ਸਾਡਾ ਨੈਟਵਰਕ, ਸਾਡੀ ਰਾਜਨੀਤੀ ਸਭ ਜਿਹੜੀਆਂ ਹੈਗੀਆਂ ਇਹਦਾ ਕੇਂਦਰ ਬਿੰਦੂ ਕਿਸਾਨ ਹੈ। ਸੋ ਅਸੀਂ ਕਿਸਾਨਾਂ ਦੇ ਨਾਲ ਸੀ ਹੈ ਤੇ ਰਵਾਂਗੇ। ਯਾਨੀ ਤੁਸੀਂ ਤਿੰਨੇ ਬਿੱਲਾਂ ਦਾ ਵਿਰੋਧ ਕਰ ਰਹੇ ਹੋ? ਬਿਲਕੁਲ ਨਹੀਂ। ਉਹਦਾ ਮਤਲਬ ਇਹ ਨਹੀਂ ਨਿਕਲਦਾ ਵੀ ਆਪਾਂ ਵਿਰੋਧ ਕਰ ਰਹੇ ਹਾਂ, ਕਿਉਂਕਿ ਤੁਸੀਂ ਦੇਖੋ 1947 ਤੋਂ ਬਾਅਦ ਹੁਣ ਤੱਕ ਕਈ ਯੂਨੀਅਨਾਂ ਕਿਸਾਨਾਂ ਦੇ ਹਿੱਤ 'ਚ ਆਈਆਂ ਔਰ ਜੋ ਡਿਮਾਂਡ ਕਰਦੇ ਰਹੀਆਂ ਸਰਕਾਰਾਂ ਨੇ ਕਦੇ ਉਹਨਾਂ ਦਾ ਜ਼ਿਆਦਾ ਧਿਆਨ ਨਹੀਂ ਕੀਤਾ। ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸੀ, ਕਿਉਂਕਿ ਕਿਸਾਨ ਇੱਕ ਜ਼ਮੀਨ ਨਾਲ ਜੁੜਿਆ ਹੋਇਆ ਵਰਗ ਹੈ, ਐਸਾ ਸੈਕਟਰ ਹੈ ਜਿਹੜਾ ਜਿਵੇਂ ਮਿੱਟੀ ਨਾਲ ਜੁੜਦਾ ਤੇ ਉਹ ਵੀ ਸਹਿਜ ਸੁਭਾਅ ਜਿਹੜਾ ਹੈਗਾ ਉਹਨਾਂ ਦਾ ਸਿਸਟਮ ਰਹਿੰਦਾ। ਅੱਜ ਤੱਕ ਦੀ ਰਾਜਨੀਤਿਕ ਜਿਹੜੇ ਪਾਰਟੀਆਂ ਸੀ ਉਹਨਾਂ ਨੂੰ ਖਾਲੀ ਵੋਟ ਬੈਂਕ ਤੱਕ ਵਰਤਦੇ ਰਹੇ। ਜਿਹੜਾ ਸਮਾਜ ਤਰੱਕੀ ਕਰ ਜਾਂਦਾ ਹੈ ਉਹ ਸਮਾਜ ਕਿਤੇ ਨਾ ਕਿਤੇ ਆਪਣਾ ਚੰਗਾ ਸੋਚਣ ਲੱਗ ਜਾਂਦਾ ਹੈ, ਆਪਣੇ ਵਾਸਤੇ ਕੋਈ ਪਲਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਸਰਕਾਰਾਂ ਨੇ ਕਿਸਾਨਾਂ ਨੂੰ ਉੱਥੇ ਤੱਕ ਹੀ ਰੱਖਿਆ। ਤੁਸੀਂ ਦੇਖੋ ਕਿਸਾਨ ਆਤਮ ਹੱਤਿਆ ਕਰਦਾ ਸੀ। 2014 ਤੋਂ ਪਹਿਲਾਂ ਜਦ ਵੀ ਦੇਸ਼ ਦੀ ਸੰਸਦ ਹੁੰਦੀ ਸੀ, ਸੰਸਦ ਸਭ ਪ੍ਰਦੇਸ਼ਾਂ 'ਚੋਂ ਛੋਟਾ ਜਿਹਾ ਯੂਰੀਆ ਕਿੱਡੇ ਕਿ ਵੱਡੀ ਚੀਜ਼ ਹੈ, ਯੂਰੀਆ ਦੇ ਵਾਸਤੇ ਡਿਫਰੈਂਟ ਸਟੇਟਸ 'ਚੋਂ ਦੰਗੇ ਹੁੰਦੇ ਸੀ, ਲਾਈਨਾਂ ਲੱਗਦੀਆਂ ਸੀ, MP ਡਿਮਾਂਡ ਕਰਦੇ ਸੀਗੇ। ਕਿਸੇ ਨੇ ਸੋਚਿਆ ਹੀ ਨਹੀਂ ਸੀ। ਕਿਉਂਕਿ ਉਹ ਸਰਕਾਰਾਂ ਦੇ ਐਸੀ ਇੰਡਸਟਰੀ ਉਹਨਾਂ ਨੇ ਡਿਵੈਲਪ ਕੀਤੀ ਸੀ ਜਿਹੜਾ ਕਿਸਾਨਾਂ ਦੇ ਕੋਟੇ ਦਾ ਯੂਰੀਆ ਉਹ ਇੰਡਸਟਰੀ 'ਚ ਜਾਂਦਾ ਸੀਗਾ, ਕਿਸਾਨਾਂ ਨੂੰ ਮਿਲਦਾ ਨਹੀਂ ਸੀ। ਅਸੀਂ ਆਂਦੇ ਕੀ ਕੀਤਾ, ਉਹਨੂੰ ਨੀਮ ਪੁੱਟ ਕਰਤਾ ਵੀ ਕਿਸਾਨਾਂ ਦਾ ਹਿੱਸਾ ਤਾਂ ਕਿਸਾਨਾਂ ਕੋਲ ਜਾਏਗਾ। ਅੱਜ ਕੋਈ ਰੌਲਾ ਨਹੀਂ ਪੈਂਦਾ ਹੈਗਾ, ਅੱਜ ਕਿਤੇ ਚਰਚਾ ਨਹੀਂ ਹੁੰਦੀ, ਅੱਜ ਕੋਈ ਡਿਮਾਂਡ ਨਹੀਂ ਹੁੰਦੀ, ਅੱਜ ਕੋਈ ਲਾਈਨ ਨਹੀਂ ਹੁੰਦੀ। ਸੋ ਪਹਿਲਾਂ ਸਰਕਾਰਾਂ ਨੇ ਕਿਸਾਨਾਂ ਨੂੰ ਵੋਟ ਬੈਂਕ ਦੇ ਤੌਰ ਤੇ ਵਰਤਿਆ ਸੀ। ਜੇ ਅੰਨਦਾਤਾ ਦੇ ਤੌਰ ਤੇ ਉਹਨਾਂ ਦੀ ਚਿੰਤਾ ਕਿਸ ਨੇ ਕੀਤੀ ਹੈ ਤਾਂ ਉਹ ਮੌਜੂਦਾ ਮੋਦੀ ਸਰਕਾਰ ਨੇ ਕੀਤੀ ਹੈ। ਮੋਦੀ ਗਵਰਨਮੈਂਟ ਨੇ ਆਂਦੇ ਇੱਕ ਗੱਲ ਦਾ ਵਾਅਦਾ ਕੀਤਾ ਸੀ, ਕਿਉਂਕਿ ਸਾਡਾ ਨਾਰਾ ਹੈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ। ਉਸ ਲਈ ਕਿਸਾਨ ਵਰਗ ਵਾਸਤੇ ਕੰਮ ਕਰਨਾ ਜ਼ਰੂਰੀ ਸੀ। ਸੋ ਅਸੀਂ ਕਿਹਾ ਸੀ ਵੀ ਅਸੀਂ 2022 ਤੱਕ ਇਹਨਾਂ ਦੀ ਇਨਕਮ ਦੁੱਗਣੀ ਕਰਾਂਗੇ। ਫਸਲ ਬੀਮਾ ਯੋਜਨਾ ਅਸੀਂ ਸ਼ੁਰੂ ਕੀਤੀ, ਨੀਮ ਕੋਟਡ ਯੂਰੀਆ ਅਸੀਂ ਸ਼ੁਰੂ ਕੀਤਾ, ਕਿਸਾਨਾਂ ਨੂੰ ਸਨਮਾਨ ਨਿਧੀ ਦੇਣਾ ਅਸੀਂ ਸ਼ੁਰੂ ਕੀਤਾ, ਉਹਨਾਂ ਦੀ ਸੋਇਲ ਟੈਸਟਿੰਗ ਦੀ ਅਸੀਂ ਸ਼ੁਰੂ ਕੀਤੀ। ਐਸੀਆਂ ਜੋ ਉਹਨਾਂ ਦੀਆਂ ਜ਼ਰੂਰਤਾਂ ਸੀ ਇਨ ਫੇਜ਼ਿਸ 'ਚ ਅਸੀਂ ਸ਼ੁਰੂ ਕੀਤਾ। ਦੂਸਰੀ ਗੱਲ, ਜਿਹੜੀਆਂ ਯੂਨੀਅਨਾਂ ਅੱਜ ਤੱਕ ਡਿਮਾਂਡ ਕਰਦੀਆਂ ਆਈਆਂ, ਜੋ ਅੱਜ ਤੱਕ ਪੋਲੀਟੀਕਲ ਪਾਰਟੀਆਂ ਮੰਗਦੀਆਂ ਆਈਆਂ, ਜੋ ਪਿਛਲੇ 20 ਸਾਲਾਂ ਤੋਂ ਇਹ ਉਹਨਾਂ ਵਾਸਤੇ ਵਰਕਆਊਟ ਹੋਇਆ ਸੀ, ਲੇਕਿਨ ਕਿਸੇ ਕੋਲ ਇੰਨੀ ਨਾ ਤਾਂ ਇੱਛਾ ਸ਼ਕਤੀ ਸੀ ਨਾ ਉਹ ਕਰਨਾ ਚਾਹੁੰਦੇ ਸੀਗੇ। ਸੋ ਬੀਜੇਪੀ ਨੇ ਡਿਫਰੈਂਟ ਐਕਸਪਰਟਾਈਜ਼ ਦੇ ਨਾਲ, ਡਿਫਰੈਂਟ ਜਿਹੜੇ ਲੋਕ ਇਸ ਖੇਤਰ 'ਚ ਕੰਮ ਕਰਦੇ ਉਹਨਾਂ ਦੇ ਨਾਲ, ਡਿਫਰੈਂਟ ਪਾਰਟੀਆਂ ਦੇ ਨਾਲ, ਡਿਫਰੈਂਟ ਸਟੇਟ ਦੇ ਨੁਮਾਇੰਦਿਆਂ ਨਾਲ ਚਰਚਾ ਕਰਕੇ, ਬਿਲਕੁਲ ਡਿਟੇਲ ਚਰਚਾ ਕਰਕੇ ਇਹ 3 ਬਿੱਲ ਪਾਸ ਕੀਤੇ ਹੈ। ਜਿਹੜੇ ਤਿੰਨੇ ਬਿੱਲ ਹੈ, ਇਹ ਤਿੰਨੇ ਬਿੱਲ ਹਿੰਦੁਸਤਾਨ ਦੇ ਨਾਲ ਕਿਸਾਨਾਂ ਦੇ ਵਾਸਤੇ ਗੇਮ ਚੇਂਜਰ ਦੇ ਤੌਰ ਤੇ ਕੰਮ ਆਉਣਗੇ। ਕਿਉਂ? ਉਹਦਾ ਇੱਕ ਪਿੱਛੇ ਐਗਜ਼ਾਮਪਲ ਵੀ ਹੈ। ਤੇ 1970 ਚ ਇਸ ਦੇਸ਼ ਲਾਇਸੈਂਸ ਫ੍ਰੀ ਸਿਸਟਮ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਸਾਡੀ ਦੇਖੋ ਇਕਨੋਮੀ ਕਿੰਨੀ ਬੂਮ ਕੀਤੀ, ਲੇਕਿਨ ਉਦੋਂ ਵੀ ਸਰਕਾਰ ਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ। ਬਾਕੀ ਸਭ ਨੂੰ ਫ੍ਰੀ ਕਰਤਾ, ਲੇਕਿਨ ਕਿਸਾਨਾਂ ਨੂੰ ਉਦੋਂ ਵੀ ਬੰਧਨਾਂ 'ਚ ਬੰਨੀ ਰੱਖਿਆ। ਕਿਸਾਨ ਇੱਕ ਮੰਡੀ ਤੋਂ ਬਾਹਰ ਨਹੀਂ ਜਾ ਸਕਦਾ ਸੀ, ਕਿਸਾਨ ਨਵੀਂ ਫਸਲ ਬਾਰੇ ਨਹੀਂ ਸੋਚ ਸਕਦਾ ਸੀ, ਕਿਸਾਨ ਨਵੀਂ ਕਿਸੇ ਟੈਕਨੋਲੋਜੀ ਬਾਰੇ ਨਹੀਂ ਸੋਚ ਸਕਦਾ ਸੀ। ਸੋ ਮੋਦੀ ਸਰਕਾਰ ਨੇ 3 ਬਿੱਲ ਪਾਸ ਕਰਕੇ ਕੰਟਰੈਕਟ ਫਾਰਮਿੰਗ, ਉਹਨਾਂ ਦੀ ਆਜ਼ਾਦੀ ਤੇ ਜਿਹੜੀ ਐਸੈਂਸ਼ੀਅਲ ਕਮੋਡਿਟੀ ਹੈ, ਤਿੰਨੇ ਬਿੱਲ ਪਾਸ ਕਰਕੇ ਇਹ ਐਸਾ ਇੱਕ ਮਾਹੌਲ ਬਣਾਇਆ ਜਿਹਦੇ ਨਾਲ ਕਿਸਾਨ ਤਰੱਕੀ ਕਰੇਗਾ। ਮੰਜ਼ਲ ਸਾਹਿਬ, ਇੱਕ ਸਵਾਲ ਹੈ ਮੇਰਾ, ਆਮ ਲੋਕ ਇਸ ਇੰਟਰਵਿਊ ਨੂੰ ਦੇਖਣਗੇ, ਖਾਸ ਤੌਰ ਤੇ ਕਿਸਾਨ ਇਸ ਇੰਟਰਵਿਊ ਨੂੰ ਦੇਖਣਗੇ। ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸਾਨਾਂ ਦੇ ਨਾਲ ਆ ਪਰ ਮੈਂ ਤਿੰਨੇ ਬਿੱਲਾਂ ਦਾ ਵਿਰੋਧ ਨਹੀਂ ਕਰ ਰਿਹਾ, ਇਹ ਤਾਂ ਦੋਗਲਾਪੰਤੀ ਹੋ ਗਈ। ਨਹੀਂ, ਤੁਸੀਂ ਆਪਣੇ ਸ਼ਬਦਾਂ ਨੂੰ, ਵੈਸੇ ਤਾਂ ਦੋਗਲਾਪਨ ਤੁਹਾਡੇ ਬਾਰੇ ਐਂਕਰ ਵਾਸਤੇ ਸ਼ੋਭਾ ਨਹੀਂ ਦਿੰਦਾ। ਕਿਉਂ? ਕਿਉਂਕਿ ਆਪਾਂ ਡਿਬੇਟ ਕਰ ਰਹੇ ਆ। ਡਿਬੇਟ 'ਚ ਮੈਂ ਆਪਣਾ ਵਿਊ ਪੁਆਇੰਟ ਰੱਖ ਸਕਦਾ ਔਰ ਵਿਊ ਪੁਆਇੰਟ ਰੱਖਣਾ ਮੇਰਾ ਹੱਕ ਵੀ ਹੈ। ਦੇਖੋ, ਕਿਆ ਬਿੱਲ ਵਾਪਸ ਕਰਨਾ ਇਹ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੇ ਹਿੱਤ 'ਚ ਹੈ, ਅਸੀਂ ਕਹਿ ਰਹੇ ਬਿੱਲ ਉਹਨਾਂ ਦੇ ਹਿੱਤ 'ਚ ਹੈ। ਕਈ ਵਾਰ ਬੰਦੇ ਦੀ ਅਸੈਸਮੈਂਟ ਜਾਂ ਬੰਦੇ ਦੀ ਕਈ ਵਾਰ ਉਹ ਵਿਜ਼ਨ ਨਹੀਂ ਬਣਦਾ ਵੀ ਨਹੀਂ ਮੇਰੇ ਵਾਸਤੇ ਕੀ ਚੰਗਾ ਜਾਂ ਕੀ ਮਾੜਾ ਹੈ। ਦੂਸਰੀ ਗੱਲ, ਕਈ ਵਾਰ ਇੱਕ ਸੱਚ ਨੂੰ ਜਿਸ ਟਾਈਮ 4 ਲੋਕ ਝੂਠ ਕਹਿੰਦੇ ਆ, ਤੁਸੀਂ ਉਹ ਪੁਰਾਣਾ ਇੱਕ ਕਹਾਣੀ ਸੁਣੀ ਹੋਣੀ ਵੀ ਬੱਕਰੇ ਨੂੰ ਉਹ ਕੁੱਤਾ 4 ਠੱਗ ਕਹੀ ਗਏ ਤੇ ਉਹ ਅਲਟੀਮੇਟਲੀ ਸ਼ਰੀਫ ਆਦਮੀ ਨੇ ਮੰਨ ਲਿਆ ਵੀ ਹਾਂ ਯਾਰ ਕੁੱਤਾ ਹੀ ਹੋਣਾ। ਸੋ ਅੱਜ ਕਾਂਗਰਸ
ਜਿਹੜੀ ਸਾਰੇ ਫਰੰਟ ਤੇ ਫੇਲ ਹੋਈ ਹੈ, ਉਹਨਾਂ ਨੇ ਆਪਣੇ ਉਹ ਕੰਮਾਂ ਤੇ ਪਰਦੇ ਪਾਉਣ ਵਾਸਤੇ ਕਿਸਾਨ ਦਾ ਮੁੱਦਾ ਫੜ ਲਿਆ, ਕਿਸਾਨ ਦੇ ਮੋਢੇ ਤੇ ਬੰਦੂਕ ਰੱਖ ਲਈ। ਆਪ ਲੈ ਲਓ CPI CPM, ਜਿਹੜੇ ਲੋਕਾਂ ਨੇ ਜਿੰਨੇ ਵੀ ਆਪਣੇ ਉਹਨਾਂ ਦੇ ਨਲਾਇਕੀਆਂ ਸੀ, ਉਹਨਾਂ ਦੇ ਜਿਹੜੇ ਪਰਦੇ ਸੀ, ਉਹਨਾਂ ਨੂੰ ਟੱਕਣ ਦਾ ਉਹਨਾਂ ਨੇ ਜਿਹੜਾ ਹੈਗਾ ਇਹ ਕਿਸਾਨ ਦਾ ਮੁੱਦਾ ਉਹਨਾਂ ਨੇ ਸਾਹਮਣੇ ਲੈ ਕੇ ਆਂਦਾ। ਆ ਸਾਰੇ ਲੋਕ ਕਹਿੰਦੇ ਤੁਹਾਨੂੰ ਨੁਕਸਾਨ ਹੈ, ਤੁਹਾਨੂੰ ਨੁਕਸਾਨ ਹੈ, ਪਰ ਅਸੀਂ ਕਹਿੰਦੇ ਫਾਇਦੇਮੰਦ ਹੈ। ਨੰਬਰ 1, ਨੰਬਰ 2 ਫਿਰ ਦੂਸਰੀ ਗੱਲ, ਇਹ ਸਰਕਾਰ ਨੇ ਜਿੰਨੇ ਵੀ ਕਾਨੂੰਨ ਪਾਸ ਕੀਤੇ, ਜੋ ਵੀ ਇਹ ਯੋਜਨਾਵਾਂ ਬਣਾਈਆਂ, ਉਹ ਯੋਜਨਾ ਵਾਰ-ਵਾਰ ਰਿਵਿਊ ਕਰਦੇ ਆ, क्या उन्होंने लिखों के हित के लिए हैं, क्या देश के बेनिफिट लिए जा रही हैं, नहीं जा रहा, और रिव्यू होंगे, वो चेंज होंगे। आदरणीय मोदी साहब ने, कृषि मंत्री तोमर जी ने, पीयूष गोयल जी ने, सारे डिफरेंट मंत्री ने संसद के अंदर भी संसद के बाहर भी की गल कही कि जी MSP रहूगी, MSP है MSP सी, ठीक है। फिर मसला तो होना नहीं चाहिए, फिर मसला खड़ा कर रहे हैं क्योंकि एक डर पैदा किया जा रहा है, ऐदा होगा। जब CA लागू होया सी, मुसलमानों को बाहर कढ़णगे, किहनूं कढ़िया? सो ये फेक चीज़ है, ये फेक चीज़ों नाल एक फेक माहौल बनाया जा रहा है। बीजेपी एक लंबे समय तो एक स्टेटमेंट, एक आंकड़े दसदे आए ने कि पंजाब दे विच 25 लाख वर्कर्स ने, जे मेरे आंकड़े गलत ने तुसीं मैनूं करैक्ट कर सकते हो। 25 ਲੱਖ ਵਰਕਰ ਜੇ ਪੰਜਾਬ 'ਚ ਹੈਗੇ ਨੇ ਤਾਂ ਸਾਰੇ ਦੇ ਸਾਰੇ ਵਰਕਰ ਫੇਲ ਹੋ ਗਏ ਕਿਸਾਨਾਂ ਨੂੰ ਇਹਨਾਂ ਬਿੱਲਾਂ ਦੇ ਫਾਇਦੇ ਸਮਝਾਉਣ ਦੇ ਵਿੱਚ। ਉਹ ਤਾਂ ਛੱਡੋ, ਬਾਰ-ਬਾਰ ਬੀਜੇਪੀ ਦੇ ਲੀਡਰ ਕਲੇਮ ਕਰ ਰਹੇ ਨੇ ਕਿ ਬਿੱਲਾਂ ਦੇ ਫਾਇਦੇ ਨੇ, ਫਾਇਦੇ ਸਮਝਾ ਰਹੇ ਹੋ। ਜੇ ਸਮਝਾ ਰਹੇ ਹੋ ਤਾਂ ਕਿਸਾਨ ਕਿਉਂ ਨਹੀਂ ਸਮਝ ਪਾ ਰਿਹਾ? ਇੱਕ ਕਿਸਾਨ ਨਹੀਂ ਸਮਝੇਗਾ, ਦੋ ਨਹੀਂ ਸਮਝੂਗੇ, ਇਹ ਅੰਦੋਲਨ ਜਨ ਅੰਦੋਲਨ ਕਿਉਂ ਬਣਿਆ? ਦੇਖੋ, ਜਿੱਥੇ ਤੱਕ ਗੱਲ ਕਿ ਤੁਸੀਂ ਸਮਝਾਉਣ ਦੀ, ਕਿਉਂਕਿ ਸਾਡਾ ਅਲਾਇੰਸ ਸੀ ਅਕਾਲੀ ਦਲ ਦੇ ਨਾਲ, और किते ना किते इस गल जिस तरह उन्होंने यू टर्न कर लिया, आदरणीय सरदार प्रकाश सिंह बादल साडे सम्मानी है, वो बिल की तारीफ करते रहे, सरदार सुखबीर सिंह बादल तारीफ करते रहे, भैन जी साड़ी हरसिमरत कौर है वो भी तारीफ करती रही, पर पता नहीं पंजाब च आके उन्होंने की यह जिहा डिसीजन लिता कि उन्होंने मन च आया कि वो यू टर्न कर गए, उन्होंने बिल्कुल उल्ट बोलना शुरू करता। तो किते ना किते जो साडा नैटवर्क से पिछले साढ़ा 23 सालों तो इन्हां दे नाल साडा अलायंस सी, और किसानां दे अंदर पिंडां दे अंदर अकाली दल दी पकड़ सी जी। सो साडा जो नैटवर्क सी सीधा पंजाब दी भारतीय जनता पार्टी दे कार्यकर्ता दा, वो एक साडा एक सांझी जी असीं एक मुहिम चलदी सी, और हुण सानूं लोड़ है इंडिविजुअल चलाउण दी, और असीं शुरू करती। ਅਸੀਂ ਕਿਸਾਨ ਲੀਡਰਾਂ ਨੂੰ ਮਿਲੇ ਆ, ਔਰ ਕਿਸਾਨਾਂ 'ਚ ਸਾਡਾ ਜਾ ਰਿਹਾ ਆਦਰਨੀय ਸਾਡੇ ਜਿਆਨੀ ਜੀ ਜਿਹੜੇ ਇਸ ਨੂੰ ਮੁਹਿੰਮ ਨੂੰ ਲੈ ਕੇ ਜਾ ਰਹੇ ਆ, ਡਿਫਰੈਂਟ ਸਾਡੇ ਲੀਡਰ ਅਸੀਂ ਹੁਣ ਜਾ ਰਹੇ ਆ, ਉਹਨਾਂ 'ਚ ਲੈ ਕੇ ਜਾ ਰਹੇ ਆ, ਵਿਦ ਡਾਕੂਮੈਂਟ ਲੈ ਕੇ ਜਾ ਰਹੇ ਆ। ਇਸ ਗੱਠਜੋੜ ਦੇ ਟੁੱਟਣ ਦੇ ਨਾਲ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਬੀਜੇਪੀ ਨੂੰ ਕੀ ਪ੍ਰਭਾਵ ਪੈਣ ਵਾਲਾ ਹੈ ਬੀਜੇਪੀ ਦੇ? ਕਿਉਂਕਿ ਪਿੰਡੂ ਵਰਗ ਹੈ ਜਿਹੜਾ, ਉਹ ਤਾਂ ਕਹਿ ਰਿਹਾ ਕਿਸੇ ਪਿੰਡਾਂ 'ਚ ਨਹੀਂ ਵੜਨ ਦੇਣਾ ਬੀਜੇਪੀ ਲੀਡਰਸ ਨੂੰ। ਦੇਖੋ, ਵੈਸੇ ਤਾਂ ਐਸਾ ਮਾਹੌਲ ਵੀ ਇਹ ਸਾਰੀਆਂ ਪਾਰਟੀਆਂ ਨੇ ਰਲ ਕੇ ਬਣਾਇਆ। ਕਿਉਂ ਬਣਾਇਆ? ਕਿਉਂਕਿ ਅੱਜ ਦੇਸ਼ ਦੇ ਅੰਦਰ जनरली साढ़े अलायंस कुछ पार्टी नाल है, जनरली बीजेपी वर्सिस ऑल हो गया। इन्हों लगन लग गया भी जिस तरह की बीजेपी ने काम किया, तो आने वाले टाइम 2022 के अंदर भी पंजाब के अंदर बीजेपी की सरकार बनेगी। सो मौजूदा कैप्टन सरकार लोकतंत्र का घान कर रही है, लोकतंत्र की हत्या कर रही है। लोकतंत्र के अंदर हर बंदे नूं अपनी गल कहने का अधिकार है। ये अधिकार तो उन्होंने किहने दिता भी तुसी किसी अगे दे घर दे अगे तुसी 3-3 महीने धरना लाओ, गंदियां गालां कड्डो, क्या उसका कोई अधिकार नहीं है? लोकतंत्र तुसी पिंडां 'च वड़न नहीं देवोगे, गुंडागर्दी है, गुंडागर्दी है ना। तो ये चीज़ ये लॉ एंड ऑर्डर दा सवाल है, ये तो मौजूदा कैप्टन सरकार देखे। सर, लोकतंत्र का घाण तो उदों भी होया जदों किसान दिल्ली कूच कर रहे सन, खट्टर सरकार ने या साडी केंद्र सरकार ने किसानां नूं रोकण दे लई की नहीं कीता? देखो, जो हरियाणे के अंदर होया ना हुंदा तां वधिया सी, लेकिन किते ना किते ये सारियां पार्टियां दे विच नुमाइंदे उस भीड़ च शरारत करने वाले लोग सी। अज उस अंदोलन के अंदर किते खालिस्तान के झंडे लहराए जा रहे हैं, किते खालिस्तान के नारे लाए जा रहे हैं, किते लाल झंडा दिखा के लोगों को डराया जा रहा है। ਜਿਹੜੇ ਲੋਕਾਂ ਨੇ ਦਿੱਲੀ 'ਚ ਦੰਗੇ ਕੀਤੇ, ਜਿਹੜੇ ਲੋਕ ਜੇਲ੍ਹ 'ਚ हैं,
ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਸੋ ਕਿਸਾਨ ਅੰਦੋਲਨ ਨਾਲ ਉਹਨਾਂ ਦਾ ਕੀ ਸੰਬੰਧ ਹੈ? ਇਹਦਾ ਮਤਲਬ ਕੀ ਹੈ? ਕਿਸਾਨ ਅੰਦੋਲਨ ਦੇ ਰਾਹੀਂ ਜਿਹੜੇ ਉਹਨਾਂ ਦੇ ਆਪਣੇ ਮਸਲੇ ਹੈ ਉਹ ਉਹਨਾਂ ਨੂੰ ਹੱਲ ਕਰਨਾ ਚਾਹੁੰਦੇ ਆ। ਤੁਸੀਂ ਕਹਿ ਰਹੇ ਹੋ ਖਾਲਿਸਤਾਨੀ, ਕੋਈ ਕਹਿ ਰਿਹਾ ਮਾਓਵਾਦੀ, ਐਂਟੀ ਨੈਸ਼ਨਲ ਐਲੀਮੈਂਟਸ ਨੇ। ਅਮਿਤ ਸ਼ਾਹ ਜੀ ਨੇ ਕਿਹਾ ਸੀ ਕਿ ਜਿਹੜਾ ਵੀ ਕਿਸਾਨਾਂ ਨੂੰ ਖਾਲਿਸਤਾਨੀ, ਮਾਓਵਾਦੀ, ਅੱਤਵਾਦੀ ਕਹੇਗਾ, ਮੈਂ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਦੀ ਨਿੰਦਿਆ ਕਰਾਂਗਾ। ਤੇ ਤੁਸੀਂ ਮੈਂ ਵੀ ਨਿੰਦਿਆ ਕਰਦਾ। ਤੁਸੀਂ ਖੁਦ ਕਿਸਾਨ ਨਿੰਦਿਆ ਕਰ ਰਹੇ ਹੋ। ਆਪਣੇ ਸ਼ਬਦ, ਇਸ ਅੰਦੋਲਨ ਦੇ ਵਿੱਚ ਆਪਣੇ ਸ਼ਬਦ ਮੇਰੇ ਮੂੰਹ 'ਚ ਨਾ ਪਾਓ। ਮੈਂ ਹੁਣ ਵੀ ਕਿਸਾਨਾਂ ਦੀ, ਉਹਨਾਂ ਨੂੰ ਅੱਤਵਾਦੀ ਹੈ ਹੀ ਨਹੀਂ, ਜਿਹੜਾ ਕਹੂਗਾ ਮੈਂ ਵੀ ਨਿੰਦਾ ਕਰਦਾ। ਪਰ ਉਹਨਾਂ ਦੇ ਅੰਦਰ ਕੋਈ ਵੜ ਕੇ ਸ਼ਰਾਰਤ ਕਰੂਗਾ। ਬਠਿੰਡੇ ਦੇ ਅੰਦਰ ਸਾਡੇ ਕਾਰਜਕਰਤਾ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਮਨਾ ਰਹੇ ਆ। ਉਹਨਾਂ ਦੇ ਭੇਸ 'ਚ ਆ ਕੇ ਕੋਈ ਅਟਲ ਬਿਹਾਰੀ ਵਾਜਪਾਈ ਜੀ ਦੇ ਚਿੱਤਰ ਬੇਇੱਜ਼ਤੀ ਕਰੇਗਾ, ਉੱਥੇ ਡਾਂਗਾ ਚਲਾਏਗਾ, ਉੱਥੇ ਕੁੱਟਮਾਰ ਕਰੇਗਾ, ਤਾਂ ਉਹ ਜਿਹੜੇ ਗੁੰਡਾਗਰਦੀ ਹੈ। ਤੇ ਸਾਨੂੰ ਪਤਾ ਵੀ ਕਿਸਾਨ ਐਸਾ ਨਹੀਂ ਕਰ ਸਕਦਾ, ਪਰ ਜਿਹੜੇ ਲੋਕ ਵਿੱਚ ਵੜ ਕੇ ਕਰ ਰਹੇ ਆ ਉਹਨਾਂ ਦਾ ਤਾਂ ਪਰਦਾਫਾਸ਼ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਬੜੇ ਸੁਚੱਜੇ ਆਗੂ ਜਿਹੜੇ ਨੇ ਕਿਸਾਨ ਜਥੇਬੰਦੀਆਂ ਨੇ, ਉਹ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਨੇ। ਉਹਨਾਂ ਦੇ ਨੋਟਿਸ 'ਚ ਹੈਗਾ ਕਿ ਅੰਦੋਲਨ ਦੇ ਵਿੱਚ ਕੌਣ ਕੀ ਕਰ ਰਿਹਾ ਹੈ। ਬਿਲਕੁਲ, ਉਹਨਾਂ ਨੇ ਨੋਟਿਸ ਸਾਰਾ ਅਸੀਂ ਦੇਖ ਰਹੇ ਹਾਂ। ਕਈ ਕਿਸਾਨ ਆਗੂਆਂ ਨੇ ਬੜਾ ਵਲੰਟੈਰਲੀ ਉਹਨਾਂ ਨੇ ਕਿਹਾ ਵੀ ਉਹ ਬੰਦੇ ਛੱਡਦੇ ਜਿਹੜੇ ਧੱਕਾ ਮੁੱਕੀ ਕਰਦੇ ਆ, ਉਹ ਕਰ ਰਹੇ ਆ ਕੋਸ਼ਿਸ਼। ਪਰ ਫਿਰ ਵੀ ਇਸ ਦੇਸ਼ ਨੂੰ ਤੋੜਨ ਦੀਆਂ ਲਈ ਕਈ ਤਾਕਤਾਂ ਲੱਗੀਆਂ ਹੋਈਆਂ। ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਕਿਸੇ ਐਡੇ ਵੱਡੇ ਵਰਗ ਨੂੰ, ਕਿਸਾਨ ਵਰਗ ਨੂੰ ਅਸੀਂ ਦਿਸ਼ਾਹੀਨ ਕਰਕੇ ਅਸੀਂ ਆਪਣਾ ਹਿੱਤ ਸਾਧ ਸਕਦੇ ਹਾਂ, ਪਰ ਨਾ ਤਾਂ ਕਿਸਾਨ ਦਿਸ਼ਾਹੀਨ ਹੋਏਗਾ, ਨਾ ਇਹ ਦੇਸ਼ ਦਿਸ਼ਾਹੀਨ ਹੋਏਗਾ। ਦੇਸ਼ ਸਹੀ ਨੁਮਾਇੰਦਿਆਂ ਦੇ ਹੱਥ 'ਚ ਹੈ। ਆਜ਼ਾਦ ਭਾਰਤ ਦਾ ਇਹ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾ ਰਿਹਾ ਹੈ ਬੰਸਲ ਸਾਹਿਬ। ਤੇ ਇਹ ਕਹਿ ਰਹੇ ਲੋਕ ਕਿ ਅਜਿਹਾ ਅੰਦੋਲਨ ਕਿਤੇ ਦੇਖਿਆ ਹੀ ਨਹੀਂ ਹੈ ਜਿੱਥੇ ਇੱਕ ਗਲਾਸ ਵੀ ਨਾ ਟੁੱਟਿਆ ਹੋਵੇ। ਕਿਸਾਨ ਸ਼ਹਾਦਤ ਦਾ ਜਾਮ ਪੀ ਰਹੇ ਨੇ, ਆਪਣੀ ਜਾਨ। ਕੋਈ ਫਾਹਾ ਲੈ ਕੇ ਖੁਦਕੁਸ਼ੀ ਕਰ ਰਿਹਾ ਹੈ, ਇੱਕ ਸੰਤ ਆਪਣੇ ਆਪ ਨੂੰ ਗੋਲੀ ਮਾਰ ਲੈਂਦੇ ਨੇ। ਤਾਂ ਅਜਿਹੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਦੇਸ਼ ਵਿਰੋਧੀ ਐਲੀਮੈਂਟਸ ਨਹੀਂ? ਤੁਹਾਡੇ ਸਾਹਮਣੇ ਤੁਸੀਂ ਟੀਵੀ ਦੇਖਦੇ ਹੋ, ਤੁਸੀਂ ਚੈਨਲ ਨੂੰ ਚਲਾਉਂਦੇ ਹੋ, ਤੁਹਾਡੇ ਸਾਹਮਣੇ ਫੋਟੋ ਆਉਂਦੀ ਹੈ, ਤੁਹਾਡੇ ਸਾਹਮਣੇ ਸਰਜੀਸ ਇਮਾਮ ਦੇ ਪੋਸਟਰ ਲਹਿਰਾਏ ਜਾਏ ਜਾਂਦੇ ਆ, ਉਹਨਾਂ ਦੇ ਉੱਥੇ ਪੰਫਲੇਟ ਵੰਡੇ ਜਾਂਦੇ ਆ, ਲਾਲ ਝੰਡਾ ਲਹਿਰਾਇਆ ਜਾਂਦਾ ਹੈ। ਕਿਆ ਹੈ ਉਹ? ਦੇਖੋ, ਕਿਸਾਨ ਆਪਣੀ ਇੱਛਾ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ ਉਹ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਆ। ਵੱਡਾ ਅੰਦੋਲਨ ਹੈ, ਇਸੇ ਕਰਕੇ ਕੇਂਦਰ ਸਰਕਾਰ ਨੁਮਾਇੰਦਿਆਂ ਨਾਲ 7 ਵਾਰੀ ਬੈਠੀ ਔਰ ਪਿਛਲੇ 4 ਮੁੱਦੇ ਸੀਗੇ, 4 ਮੁੱਦਿਆਂ ਚੋਂ 2 ਮੁੱਦਿਆਂ ਤੇ ਸਹਿਮਤੀ ਬਣੀ ਹੈ ਤੇ ਆਲਮੋਸਟ 50% ਗੱਲ ਨੇੜੇ ਲੱਗੀ ਹੈ। ਤੇ ਜੇ ਸਰਕਾਰ ਇਸ ਪਾਸੇ ਸੀਰੀਅਸ ਨਾ ਹੁੰਦੀ ਤਾਂ 7 ਮੀਟਿੰਗਾਂ ਨਹੀਂ ਹੁੰਦੀਆਂ। ਕਿਉਂ? ਅਗਰ ਇਹ ਅੰਦੋਲਨ ਕਰਨ ਵਾਲੇ ਕੋਈ ਦੂਸਰਾ ਸਮਾਜ ਹੁੰਦਾ ਤਾਂ ਸਰਕਾਰ ਨੂੰ ਇੰਨਾ ਔਖਾ ਨਹੀਂ ਹੁੰਦਾ। ਲੇਕਿਨ ਕਿਉਂਕਿ ਜਿਹੜਾ ਵਰਗ ਬੈਠਾ ਹੈ ਉਹ ਅੰਨਦਾਤਾ, ਉਹਦੀ ਰਿਸਪੈਕਟ ਕਰਨਾ ਹੀ ਦੇਸ਼ ਦੇ ਹਰ ਨੁਮਾਇੰਦੇ ਦਾ, ਹਰ ਲੀਡਰ ਦਾ, ਹਰ ਆਮ ਆਦਮੀ ਦਾ ਫਰਜ਼ ਹੈ। ਤੇ ਕੇਂਦਰ ਸਰਕਾਰ ਉਹ ਕਰ ਰਹੀ ਹੈ, ਮਾਨ ਸਨਮਾਨ ਦੇ ਨਾਲ ਕਰ ਰਹੀ ਹੈ। ਜਥੇਬੰਦੀਆਂ ਤੁਸੀਂ ਕਹਿ ਰਹੇ ਹੋ ਕਿ ਜੇ ਸਰਕਾਰ ਸੀਰੀਅਸ ਨਾ ਹੁੰਦੀ ਤਾਂ 7 ਮੀਟਿੰਗਾਂ ਨਾ ਹੁੰਦੀਆਂ। ਜਥੇਬੰਦੀਆਂ ਕਹਿ ਰਹੀਆਂ ਨੇ ਜੇ ਕਿਸਾਨ ਨੂੰ ਲੈ ਕੇ ਕੇਂਦਰ ਸਰਕਾਰ ਸੀਰੀਅਸ ਹੁੰਦੀ ਤਾਂ 2 ਜਾਂ 3 ਮੀਟਿੰਗਸ ਦੇ ਵਿੱਚ ਹੱਲ ਨਿਕਲ ਜਾਣਾ ਸੀ। ਇਹ ਕੇਂਦਰ ਦੀ ਅਕਾਂਡ ਤੇ ਥਕਾਣ ਦੀ ਨੀਤੀ ਹੈ। ਨਹੀਂ, ਨਾ ਅਕਾਂਡ ਦੀ ਨੀਤੀ ਹੈ, ਨਾ ਥਕਾਣ ਦੀ ਨੀਤੀ ਹੈ। ਦੇਖੋ, ਜੋ ਡਿਮਾਂਡ ਸ਼ੁਰੂ ਸੀਗੀਆਂ, ਮੇਨ ਇਹਨਾਂ ਨੂੰ ਇਸ ਗੱਲ ਲਈ ਅੰਦੋਲਨ ਸ਼ੁਰੂ ਹੋਇਆ ਸੀ ਵੀ 3 ਬਿੱਲ ਰੱਦ ਕਰੋ। ਹਾਂ, ਨਹੀਂ, 3 ਬਿੱਲ ਰੱਦ ਕਰਨ ਦੀ ਗੱਲ ਬਾਅਦ ਚਾਹੀਏ। MSP ਨੂੰ ਮਜ਼ਬੂਤ ਕਰੋ। ਸਰਕਾਰ ਨੇ ਹਰ ਮੰਚ ਤੇ ਕਿਹਾ, ਸਰਕਾਰ ਉਹ MSP ਮਜ਼ਬੂਤ ਕਰ ਰਹੀ ਹੈ। ਜਿਹੜੀ ਸਰਕਾਰ 1.5 ਗੁਣਾ MSP ਕਰ ਦੇ, ਕਿਆ ਉਹਨੂੰ ਖਤਮ ਕਰਨ ਵਾਸਤੇ ਕਰੂਗੀ? ਇਹਦਾ ਮਤਲਬ ਸਰਕਾਰ ਉਹਨੂੰ ਆਲਰੇਡੀ ਮਜ਼ਬੂਤ ਕਰ ਰਹੀ ਹੈ, ਉਹ ਹੋਰ ਮਜ਼ਬੂਤ ਕਰਨ ਵਾਸਤੇ ਪ੍ਰੋਮਿਸ ਕਰ ਰਹੀ ਹੈ। ਦੂਸਰਾ ਕੀ ਸੀ? ਦੂਸਰਾ ਉਹਨਾਂ ਦਾ ਕੀ ਸੀ ਵੀ ਜਿਹੜਾ ਸਾਨੂੰ ਕੋਰਟ 'ਚ ਜਾਣ ਦੀ ਇਜਾਜ਼ਤ ਨਹੀਂ ਹੈ, ਉਹ ਕੋਰਟ 'ਚ ਜਾਣ ਦੀ ਇਜਾਜ਼ਤ ਹੋਵੇ ਕੰਟਰੈਕਟ ਫਾਰਮਿੰਗ 'ਚ, ਤੇ ਸਰਕਾਰ ਉਸ 'ਤੇ ਵੀ ਐਗਰੀ ਕਰ ਗਈ। ਤੇ ਕਈ ਵਾਰ ਕੀ ਹੈ, ਜਿਹੜੇ ਪੋਲੀਟੀਕਲ ਪਾਰਟੀਆਂ ਵਿੱਚ ਉਹ ਕਰਦੀਆਂ ਨਾ, ਗੜਬੜ ਕਰਦੀਆਂ, ਉਹਨੂੰ ਡਿਮਾਂਡਸ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀ। ਲੇਕਿਨ ਮੈਨੂੰ ਲੱਗਦਾ ਜਿਹੜੀ ਪਿਛਲੀ ਮੀਟਿੰਗ ਹੋਈ ਹੈ ਉਸ 'ਚ ਕਾਫੀ ਸੁਖਾਵਾਂ ਮਾਹੌਲ ਬਣਿਆ ਔਰ 4 ਤਰੀਕ ਨੂੰ ਆਲਮੋਸਟ ਸਾਨੂੰ ਲੱਗਦਾ ਵੀ ਇਹ ਨਿਬੜ ਜਾਏਗਾ। ਕੱਲ ਗੁਰਨਾਮ ਸਿੰਘ ਚੜੂਨੀ ਦੀ ਇੱਕ ਸਟੇਟਮੈਂਟ ਸਾਹਮਣੇ ਆਈ ਹੈ। ਕਹਿੰਦੇ ਨੇ ਕਿ 15 ਸਾਲਾਂ ਤੋਂ ਕਿਸਾਨਾਂ ਦਾ ਹਰ ਸਾਲ 3 ਲੱਖ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਉਦੋਂ ਇੰਡਸਟਰੀਅਲਿਸਟ ਕਹਿ ਰਿਹਾ ਹੈ ਕਿ GST ਦਾ ਤੁਸੀਂ ਦੇਖਿਆ ਇਹ ਰਿਕਾਰਡ ਤੋੜਵਾ ਵਾਧਾ ਹੋਇਆ। ਇੰਡਸਟਰੀਅਲਿਸਟ ਨੇ ਉਹ ਕਹਿ ਰਹੇ ਨੇ ਸਾਡੀ ਲੁੱਟ ਹੋ ਰਹੀ, ਕਿਸਾਨ ਕਹਿ ਰਿਹਾ ਸਾਡੀ ਲੁੱਟ ਹੋ ਰਹੀ ਹੈ। ਇਸ ਤੇ ਕੀ ਪ੍ਰਤੀਕਰਮ ਦਿੰਦੇ ਹੋ? ਨਹੀਂ, ਬਿਲਕੁਲ। ਦੇਖੋ, ਗੱਲ ਇਹ ਹੈ, ਮੈਂ ਇੱਕ ਐਗਜ਼ਾਮਪਲ ਹਮੇਸ਼ਾ ਦਿਆ ਕਰਦਾ।
ਫੋਰਨ ਕੰਟਰੀ ਦੇ ਅੰਦਰ ਕਿਸੇ ਤਰ੍ਹਾਂ ਦੀ ਕਿਸੇ ਸੈਕਟਰ 'ਚ ਕੋਈ ਨੁਕਸਾਨ ਹੁੰਦਾ ਹੈ ਤਾਂ ਇਮੀਡੀਏਟ ਸਰਕਾਰ ਬੈਠਦੀ ਹੈ, ਸਰਕਾਰ ਬੈਠ ਕੇ ਬੜੀ ਜਲਦੀ ਉਸ 'ਚ ਚੇਂਜਿਸ ਹੁੰਦੀ ਹੈ। ਤਾਂ ਅਸੀਂ ਲੋਕ ਸੋਚਦੇ ਸੀ ਵੀ ਕਿਆ ਇੰਡੀਆ 'ਚ ਐਸਾ ਮਾਹੌਲ ਬਣੇਗਾ, ਲੇਕਿਨ ਦੇਖੋ GST ਲੱਗਣ ਤੋਂ ਬਾਅਦ ਹਰ ਮਹੀਨੇ GST ਕੌਂਸਲ ਦੀ ਮੀਟਿੰਗ ਹੁੰਦੀ ਹੈ। ਕਿਆ ਠੀਕ ਰਿਹਾ, ਕਿਆ ਗਲਤ ਰਿਹਾ, ਕਿਆ ਸਾਡੇ ਦੇਸ਼ ਦੀ ਜ਼ਰੂਰਤ ਹੈ, ਕਿਆ ਵਪਾਰੀਆਂ ਦੀ ਜ਼ਰੂਰਤ ਹੈ, ਉਹਨੂੰ ਚੈੱਕ ਕੀਤਾ ਜਾਂਦਾ ਹੈ। ਚੈੱਕ ਕਰਕੇ ਉਹਨੂੰ ਅਮੈਂਡਮੈਂਟ ਕੀਤੀ ਜਾਂਦੀ ਹੈ। ਜਿੱਦਾਂ ਦਾ GST ਲਾਗੂ ਹੋਇਆ ਕਰੀਬ 40 ਅਮੈਂਡਮੈਂਟਸ ਹੋ ਚੁੱਕੀਆਂ। 40 ਅਮੈਂਡਮੈਂਟਸ, ਇਹ ਕੋਈ ਛੋਟੀ ਗੱਲ ਨਹੀਂ ਹੈ। ਹਿੰਦੁਸਤਾਨ ਵਰਗੇ ਦੇਸ਼ 'ਚ ਬਹੁਤ ਵੱਡੀ ਗੱਲ ਹੈ। ਸੋ ਜਿਹੜੇ ਬਿੱਲ ਪਾਸ ਹੋਏ ਆ ਉਹਨਾਂ ਵਾਸਤੇ ਵੀ ਸਰਕਾਰ ਕੀ ਕਹਿੰਦੀ ਹੈ, ਮੇਰੇ ਕੋਲ ਬਿਆਨ ਹੈ ਸਾਡੇ ਅਨੁਰਾਗ ਠਾਕਰ ਦਾ ਵੀ ਸਰਕਾਰ ਇਸ ਚੀਜ਼ ਨੂੰ ਬਿੱਲ ਪਾਸ ਕਰਨ ਤੋਂ ਬਾਅਦ ਉਸ ਕਿਸਾਨ ਉਸ ਪਾਸੇ ਤੁਰੇ ਸਹੀ, ਜੇ ਜ਼ਰੂਰਤ ਹੋਈ, ਜੇ ਉਸ 'ਚ ਕਮੀ ਹੋਈ ਤੇ ਫਿਰ ਬੈਠ ਸਕਦੇ ਆ, ਫਿਰ ਚਰਚਾ ਕਰ ਸਕਦੇ ਆ, ਅਮੈਂਡਮੈਂਟਸ ਹੋ ਸਕਦੀਆਂ। ਐਸੀ ਪਹਿਲੀ ਸਰਕਾਰ ਹੈ ਜਿਹੜੀ ਇੰਨੀ ਮਾਈਨਿਊਟਲੀ ਕੰਮ ਕਰਦੀ ਹੈ, ਇੰਨੀ ਡੀਪ 'ਚ ਜਾ ਕੇ ਕੰਮ ਕਰਦੀ ਹੈ, ਬਿਨਾ ਅੱਕੇ, ਬਿਨਾ ਥੱਕੇ, ਬਿਨੇ ਝੱਕੇ ਕੰਮ ਕਰਦੀ ਹੈ। ਕੋਈ ਰੈਸਟ ਨਹੀਂ, ਕੋਈ ਆਰਾਮ ਨਹੀਂ, ਕੋਈ ਸਿਰਫ ਇੱਕੋ ਇੱਕ ਚਿੰਤਾ ਹੈ ਵੀ ਦੇਸ਼ ਦੀਆਂ ਜਿਹੜੀਆਂ ਕਮੀਆਂ ਸੀਗੀਆਂ ਉਹ ਕਮੀਆਂ ਨੂੰ ਅਸੀਂ ਦੂਰ ਕਰੀਏ, ਉਸ ਲਈ ਕੰਮ ਕਰ ਰਹੀ ਹੈ। ਬਾਰ-ਬਾਰ ਬੀਜੇਪੀ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਕਾਂਗਰਸ ਵਹਿੰਦੀ ਗੰਗਾ ਦੇ ਵਿੱਚ ਹੱਥ ਧੋ ਰਹੀ ਹੈ। ਕਦੀ ਕਹਿ ਰਹੇ ਹੋ ਆਮ ਆਦਮੀ ਪਾਰਟੀ। ਇਹ ਸਿਆਸੀ ਰੋਟੀਆਂ ਸੇਕਣੀਆਂ ਕਿਉਂ ਜ਼ਰੂਰੀ ਨੇ? ਕਿਸਾਨ ਰੋ ਰਿਹਾ, ਕਿਸਾਨ ਮਰ ਰਿਹਾ, ਕਿਸਾਨ ਮੰਗ ਰਿਹਾ ਆਪਣਾ ਹੱਕ, ਇਹਦੇ ਵੱਲ ਕਿਉਂ ਨਹੀਂ ਧਿਆਨ ਜ਼ਿਆਦਾ ਦਿੱਤਾ ਜਾਂਦਾ? ਫਿਰ ਇਹ ਤਾਂ ਆਪ ਨੂੰ ਪੁੱਛੋ ਨਾ ਜਿਹੜੇ ਸਿਆਸੀ ਰੋਟੀਆਂ ਸੇਕ ਰਹੇ, ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛੋ ਨਾ ਜਿਹੜੇ ਸਿਆਸੀ ਰੋਟੀਆਂ ਸੇਕ ਰਹੇ, ਕਾਂਗਰਸ ਨੂੰ ਪੁੱਛੋ ਨਾ ਜਿਹੜੇ ਸਿਆਸੀ ਰੋਟੀਆਂ ਸੇਕ ਰਹੇ। ਸਾਡੀ ਤਾਂ ਅਸੀਂ ਸਿਆਸਤ ਕਰਦੇ ਹੀ ਨਹੀਂ, ਅਸੀਂ ਸਿਆਸਤ ਕਰਦੇ ਹਾਂ ਸੱਚੀ ਤੇ ਸੁੱਚੀ ਸਿਆਸਤ, ਉਹ ਸਿੱਧੀ ਸਿਆਸਤ ਹੈ। ਤੁਸੀਂ ਦੇਖੋ ਅੱਜ ਤੱਕ ਜਿੰਨੀਆਂ ਸਰਕਾਰ, ਇੱਕ ਮੈਂ ਹੋਰ ਗੱਲ ਕਹਿਣਾ ਚਾਹੂੰਗਾ, ਕਿਸਾਨਾਂ ਨੂੰ ਇਹ ਅੰਦੇਸ਼ਾ ਪਤਾ ਕਿਉਂ ਹੈ? ਕਿਉਂਕਿ ਅੱਜ ਤੱਕ ਸਰਕਾਰਾਂ ਨੇ ਕਿਸਾਨਾਂ ਨੂੰ ਧੋਖੇ 'ਚ ਰੱਖਿਆ, ਕੀਤਾ ਕੁਛ, ਉਹਦਾ ਹਿਡਨ ਏਜੰਡਾ ਕੁਛ ਹੁੰਦਾ ਸੀਗਾ। ਮੌਜੂਦਾ ਮੋਦੀ ਸਰਕਾਰ ਦਾ ਕੋਈ ਹਿਡਨ ਏਜੰਡਾ ਨਹੀਂ ਰਿਹਾ। ਇੰਨੇ ਵੱਡੇ ਲੈਵਲ ਤੇ ਵਿਰੋਧ ਕਿਉਂ? ਬਿਲਕੁਲ ਵਿਰੋਧ ਹੋਇਆ, ਵਿਰੋਧ ਉਹਨਾਂ ਦਾ ਹੱਕ ਹੈ, ਵਿਰੋਧ ਹੋ ਰਿਹਾ ਔਰ ਸਰਕਾਰ ਦਾ ਹੱਕ ਹੈ ਉਸ ਵਿਰੋਧ ਨੂੰ ਸ਼ਾਂਤ ਕਰਨਾ, ਉਹਦੇ ਵਾਸਤੇ ਕੰਮ ਕਰਨਾ। ਪਰ ਰੋਟੀਆਂ ਨਹੀਂ ਸੇਕ ਰਹੇ ਸੀ, ਰਾਜਨੀਤੀ ਰੋਟੀਆਂ ਨਹੀਂ ਸੇਕ ਰਹੇ ਸੀ। ਇਹਨਾਂ ਦਾ ਜਿਸ ਤਰ੍ਹਾਂ 370 ਧਾਰਾ ਤੋੜੀ, ਉਦੋਂ ਕਿਹਾ ਸੀ ਖੂਨ ਦੀਆਂ ਨਦੀਆਂ ਬਹਿ ਜਾਣਗੀਆਂ, ਇੱਕ ਡੰਡਾ ਨਹੀਂ ਵੱਜਿਆ ਹੈਗਾ। ਜਦ CA ਲਾਗੂ ਕੀਤਾ ਉਹਨਾਂ ਨੇ ਕਿਹਾ ਸੀ ਮੁਸਲਮਾਨਾਂ ਨੂੰ ਬਾਹਰ ਕੱਢ ਦਾਂਗੇ, ਇੱਕ ਮੁਸਲਮਾਨ ਨਹੀਂ ਬਾਹਰ ਕੱਢਾ, ਉਲਟਾ ਮੁਸਲਮਾਨਾਂ ਨੂੰ ਅਸੀਂ ਨਾਗਰਿਕਤਾ ਦਿੱਤੀ ਹੈ। ਸੋ ਇਹ ਸਿਰਫ ਜਾਣ ਕੇ ਨਾ ਸ਼ੱਕ ਪੈਦਾ ਕੀਤੇ ਜਾਂਦੇ ਆ, ਕ੍ਰੀਏਟ ਕੀਤੇ ਜਾਂਦੇ ਆ ਹਿੰਦੁਸਤਾਨ ਦੀ ਵੱਧਦੀ ਤਰੱਕੀ ਨੂੰ ਡੀਰੇਲ ਕਰਨ ਵਾਸਤੇ। ਬੀਤੇ ਦਿਨੀ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਦੇ ਘਰ ਦੇ ਅੰਦਰ ਗੋਹਾ ਸੁੱਟਿਆ ਗਿਆ। ਕਿਸਾਨਾਂ ਦਾ ਅਸੀਂ ਰੋਹ ਦੇਖਿਆ, ਉਦੋਂ ਟਰਾਲਾ ਲੈ ਕੇ ਗਏ ਨੇ, ਗੋਹਾ ਸੁੱਟਿਆ ਗਿਆ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਹੋਈ ਹੈ। ਉਦੋਂ ਵੀ ਤਿਕਸ਼ਨ ਸੂਦ ਤੇ ਉਹਨਾਂ ਦੇ ਸਮਰਥਕ ਕਹਿੰਦੇ ਨੇ ਕਿ ਇਹ ਕਾਂਗਰਸ ਦਾ ਹੱਥ ਹੈ ਇਸ ਦੇ ਵਿੱਚ। ਦੇਖੋ, ਕਿਆ ਤਿਕਸ਼ਨ ਸੂਦ ਦੇ ਇੱਕ ਆਮ ਇਨਸਾਨ ਹੈ, ਉਹਦੇ ਕੋਈ ਅਧਿਕਾਰ ਨਹੀਂ ਹੈ? ਪ੍ਰਵੀਨ ਬਾਂਸਲ ਹੈ, ਉਹਦਾ ਕੋਈ ਅਧਿਕਾਰ ਨਹੀਂ ਹੈ? ਕਿਹਨੂੰ ਹੱਕ ਦਿੱਤਾ ਵੀ ਜਾ ਕੇ ਉਹਦੇ ਘਰ ਦੇ ਅੱਗੇ ਗੋਹਾ ਸਿੱਟਣ? ਕਿਹਨੂੰ ਹੱਕ ਦਿੱਤਾ ਜਾ ਕੇ ਦੇਲੀਆਂ ਤੇ ਖੜ ਕੇ ਗਾਲਾਂ ਕੱਢਣ? ਸੋ ਇਹ ਗੁੰਡਾਗਰਦੀ ਹੈ ਔਰ ਬਿਲਕੁਲ ਇਹ ਕਾਂਗਰਸ ਦੇ ਲੋਕ ਨੇ, ਬਿਲਕੁਲ ਕਿਸਾਨਾਂ ਨਾਲ ਕਿਸੇ ਇੱਕ ਕਿਸਾਨ ਦੀ। ਤੁਸੀਂ ਇੱਕ ਚੀਜ਼ ਦੇਖੋ, ਮੇਰੇ ਕੋਲ ਖਬਰਾਂ ਹੈਗੀਆਂ, ਰੋਜ਼ ਕੋਈ ਨਾ ਕੋਈ ਕਿਸਾਨ ਜਿਹੜਾ ਤਰੱਕੀ ਕਰ ਰਿਹਾ, ਜਿਹੜਾ ਇਸ ਕੰਟਰੈਕਟ ਫਾਰਮਿੰਗ ਚੋਂ ਜਿਹਨੇ ਬੈਨੀਫਿਟ ਲਿੱਤਾ, ਰੋਜ਼ ਉਹਦੀ ਸਟੋਰੀ ਆ ਰਹੀ ਹੈ। ਦੂਸਰੀ ਗੱਲ ਦੇਖੋ, ਅੱਜ ਕਾਂਗਰਸ ਇਹਦਾ ਵਿਰੋਧ ਕਰ ਰਹੀ ਹੈ। 2006 ਦੇ ਅੰਦਰ ਕੈਪਟਨ ਸਰਕਾਰ ਨੇ ਕੰਟਰੈਕਟ ਫਾਰਮਿੰਗ ਸ਼ੁਰੂ ਕਰਤੀ ਸੀ। 2017 ਦੇ ਮੈਨੀਫੈਸਟੋ 'ਚ ਉਹਨੇ ਜਿਹੜਾ ਕੁਝ ਅਸੀਂ ਪਾਸ ਕੀਤਾ ਉਹਨਾਂ ਨੇ ਰੱਖਿਆ ਸੀਗਾ। 2013 'ਚ ਅਕਾਲੀ ਦਲ ਨਾਲ ਸਾਡੀ ਸਰਕਾਰ ਸੀ, ਇੱਕ ਹਿੱਸਾ ਉਹਨਾਂ ਨੇ ਉਦੋਂ ਪਾਸ ਕਰਤਾ ਸੀ। ਸੋ ਜਿਹੜੀਆਂ ਸਰਕਾਰਾਂ ਦੇ ਮੈਨੀਫੈਸਟੋ 'ਚ ਰਹੀਆਂ, ਜਿਹੜਾ ਉਹਨਾਂ ਨੇ ਲਾਗੂ ਕਰਤਾ, ਅੱਜ ਉਹੀ ਜਾ ਕੇ ਉੱਥੇ ਡਰਾਮੇਬਾਜ਼ੀ ਕਰ ਰਹੀਆਂ। ਇਹ ਸਿਰਫ ਰਾਜਨੀਤੀ ਹੱਥਕੰਡੇ ਆ। ਇਹ ਸਿਰਫ ਉਹਨਾਂ ਦਾ ਜਿਹੜੀ ਜ਼ਮੀਨ ਜਿਨ੍ਹਾਂ ਦੀ ਖਿਸਕ ਗਈ, ਉਹ ਇੱਕ ਪ੍ਰੋਵੋਕੇਸ਼ਨ ਚੱਲਦੀ ਪਈ ਹੈ। ਅਦਰਵਾਈਜ਼ ਜੇ ਉਹ ਕਿਸਾਨਾਂ ਦੇ ਹਿੱਤ 'ਚ ਹੁੰਦੇ ਤਾਂ ਅੱਜ ਤੱਕ ਸਰਕਾਰਾਂ ਉਹਨਾਂ ਲੋਕਾਂ ਦੀਆਂ ਰਹੀਆਂ। ਕਿਸਾਨ ਕਿਉਂ ਆਤਮ ਹੱਤਿਆ ਕਰਦਾ ਰਿਹਾ? ਉਹ ਆਤਮ ਹੱਤਿਆ ਰੋਕਣ ਵਾਸਤੇ BJP ਇਸ ਗੱਲ ਦੀ ਚਿੰਤਾ ਕਰਦੀ ਹੈ। ਤੇ ਆਤਮ ਹੱਤਿਆਵਾਂ ਕਿੱਥੇ ਰੁਕ ਰਹੀਆਂ ਨੇ? ਅੰਦੋਲਨ ਦੇ ਦੌਰਾਨ ਰੁਕਣਗੀਆਂ ਨਾ ਹੁਣ। ਦੇਖੋ, ਇਸ ਐਡਾ ਵੱਡਾ ਸੈਕਟਰ ਹੈ, ਉਹਨੂੰ ਲਾਈਨ ਤੇ ਆਉਂਦਿਆਂ ਉਹਨੂੰ ਵਕਤ ਲੱਗੇਗਾ। ਮੇਰੇ ਕੋਲ ਇੱਕ ਲੇਖ ਹੈ, ਇੱਕ ਲੇਖ ਦੀ ਕਾਪੀ। ਸਾਡੇ ਇੱਕ ਦੋਸਤ ਹੈ, ਦੇਖੋ ਮਿਸਟਰ ਜੋਹਲ ਸੀ, ਉਹਨੇ ਕਿਹਾ ਵੀ ਇਹ ਸਾਡੇ ਬਿੱਲ ਸਾਡੇ ਹੱਕ 'ਚ ਹੈ। ਇੱਕ ਕ੍ਰਿਸ਼ੀ ਅਨੁਸੰਧਾਨ ਜਿਹੜੇ ਕੇਂਦਰ ਦਾ, ਉਹਨੇ ਕਿਹਾ ਵੀ ਸਾਡੇ ਹੱਕ 'ਚ ਹੈ। ਇੱਕ ਮੇਰਾ ਇੱਕ ਲੇਖ ਮੈਂ ਪੜ੍ਹਿਆ ਸੀ, ਮਹਿੰਦਰ ਸਿੰਘ ਦੋਸਾਂਝ, ਅਜੀਤ 'ਚ ਲੱਗਿਆ, ਪੜ੍ਹਨ 'ਚ ਲੱਗਦਾ ਸੀਗਾ
ਵੀ ਇਹ ਕਿਸਾਨਾਂ ਦੇ ਹੱਕ ਚ ਲਿਖ ਵੀ ਹੱਕ ਚ ਰਹੇ ਆ, ਲੇਕਿਨ ਲਿਖਦੇ ਜਿਹੜੀਆਂ ਜ਼ਰੂਰੀਆਂ ਚੀਜ਼ਾਂ ਸੀ ਉਹਨਾਂ ਨੇ ਲਿਖੀਆਂ ਵੀ ਨਹੀਂ ਇਹ ਬਿੱਲਾਂ ਦੇ ਜੇ ਅਸੀਂ ਇਹ ਚੀਜ਼ਾਂ ਵੀ ਸਾਡੀਆਂ ਜ਼ਰੂਰਤ ਹੈ। ਅੱਜ ਪਾਣੀ ਕਿੱਥੇ ਜਾ ਰਿਹਾ ਹੈ, ਅੱਜ ਡਾਈਵਰਸਿਫਿਕੇਸ਼ਨ ਦੀ ਅੱਜ ਲੋੜ ਹੈ। ਇਹ ਸਾਰੀਆਂ ਚੀਜ਼ਾਂ ਜੇ ਮੌਜੂਦਾ ਜ਼ਰੂਰਤ ਦੇ ਹਿਸਾਬ ਨਾਲ, ਮੌਜੂਦਾ ਟੈਕਨੋਲੋਜੀ ਦੇ ਹਿਸਾਬ ਦੇ ਨਾਲ, ਜਿਸ ਤਰ੍ਹਾਂ ਬਾਕੀ ਜਿਹੜੇ ਡਿਵੈਲਪਡ ਕੰਟਰੀ ਹੈ ਉੱਥੇ ਕਰੀਬ ਅੰਨ ਦੀ 95% ਪ੍ਰੋਸੈਸਿੰਗ ਹੁੰਦੀ ਹੈ। ਅਸੀਂ ਐਡੇ ਵੱਡੇ ਪ੍ਰੋਡਿਊਸਰ ਆ, ਸਾਡੇ 5% ਹੁੰਦੀ ਹੈ। ਇੱਕ 18-20 ਰੁਪਏ ਕਿਲੋ ਵੇਚਣ ਵਾਲੇ ਮੱਕੀ ਦੇ ਦਾਣੇ ਜੇ ਉਹਨੂੰ ਅਸੀਂ ਕਾਰਨਫਲੈਕਸ ਕਰਕੇ ਵੇਚਦੇ ਆ 1000 ਰੁਪਏ ਕਿਲੋ ਵਿਕਦੇ ਆ ਹੈ। 2 4 5 10 ਰੁਪਏ ਕਿਲੋ ਵਿਕਣ ਵਾਲਾ ਆਲੂ ਜੇ ਅਸੀਂ ਉਹਦੇ ਚਿਪਸ ਬਣਾ ਕੇ ਨਿੱਕਾ ਪ੍ਰੋਸੈਸ ਹੈ, ਲੇਕਿਨ ਪ੍ਰੋਸੈਸ ਕਰਨ ਚ ਸਾਨੂੰ ਕਿਤੇ ਨਾ ਕਿਤੇ ਸਰਕਾਰ ਦੇ ਜੋ ਪਾਲਿਸੀ ਹੈ ਉਸ 'ਚ ਨਵੀਂ ਟੈਕਨੋਲੋਜੀ ਆਏਗੀ, ਨਵੇਂ ਲੋਕ ਆਉਣਗੇ, ਨਵੇਂ ਕੋਲਡ ਸਟੋਰ ਆਉਣਗੇ, ਨਵੀਂ ਮਸ਼ੀਨਰੀ ਆਏਗੀ। ਸੋ ਉਹ ਚੀਜ਼ਾਂ ਅੱਜ ਅਡਾਪਟ ਕਰਨ ਦੀ ਦੇਸ਼ ਨੂੰ ਜ਼ਰੂਰਤ ਹੈ। ਮਲਵਿੰਦਰ ਕੰਗ ਜੀ ਦੇ ਅਸਤੀਫੇ ਬਾਰੇ ਤੁਹਾਡਾ ਕੀ ਖਿਆਲ ਹੈ? ਉਹ ਤਾਂ ਕਹਿੰਦੇ ਨੇ ਕਿ ਮੈਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਸਤੀਫਾ ਦਿੱਤਾ ਹੈ। ਹਾਲੇ 3 ਮਹੀਨੇ ਪਹਿਲੇ ਉਹ ਜਨਰਲ ਸੈਕਟਰੀ ਲੱਗੇ। ਉਹਨਾਂ ਦੀ ਆਪਣੀ ਸੋਚ ਹੈ, ਮਲਵਿੰਦਰ ਕੰਗ ਜੀ ਦੀ ਆਪਣੀ ਸੋਚ ਹੈ। ਉਹਨਾਂ ਨੇ ਫੈਸਲਾ ਲਿਆ ਤੇ ਜਿਵੇਂ ਬਾਕੀ ਕਿਸੇ ਨੇ ਦੂਸਰੇ ਦੀਆਂ ਗੱਲਾਂ 'ਚ ਆ ਗਿਆ, ਹੋ ਸਕੇ ਮਨਵਿੰਦਰ ਕੰਗ ਜੀ ਵੀ ਆ ਗਏ ਹੋਣ। ਇੰਨੇ ਇਮੈਚੁਰ ਤਾਂ ਮੈਨੂੰ ਲੱਗਦਾ ਲੀਡਰ ਹੋ ਨਹੀਂ ਸਕਦੇ ਸਾਡੇ ਕਿ ਦੂਸਰਿਆਂ ਦੀਆਂ ਗੱਲਾਂ 'ਚ ਆ ਕੇ ਅਸਤੀਫੇ ਦੇਣ ਲੱਗੇ। ਉਹ ਤਾਂ ਹੁਣ ਬਾਅਦ 'ਚ ਪਤਾ ਲੱਗੇਗਾ ਇਮੈਚੁਰਿਟੀ ਸੀ ਕਿ ਮੈਚੁਰਿਟੀ ਸੀ, ਇਹਦਾ ਟਾਈਮ ਦੱਸੇਗਾ। ਮਤਲਬ ਤੁਹਾਡੇ ਐਟ ਪ੍ਰੈਜ਼ੈਂਟ ਅਸੀਂ ਨਹੀਂ ਇਸ ਬਾਰੇ ਸੈਸ ਕਰ ਸਕਦੇ। ਤੁਹਾਡੇ ਹਿਸਾਬ ਦੇ ਨਾਲ ਤਿੰਨੇ ਬਿੱਲ ਗਲਤ ਨਹੀਂ ਹੈਗੇ, ਕਿਉਂਕਿ ਸਾਡਾ ਆਪਣਾ ਕੋਈ ਹਿੱਤ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦਾ ਕਿਸੇ ਵੀ ਬਿੱਲ ਦੇ ਨਾਲ ਨਾ ਪਰਸਨਲ, ਨਾ ਪਾਰਟੀ ਦਾ ਤੇ ਨਾ ਕਿਸੇ ਦਾ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਦਾ ਸਾਡਾ ਕੋਈ ਇਨਵੋਲਵਮੈਂਟ ਨਹੀਂ ਹੈ। ਜਿੰਨੀਆਂ ਵੀ ਯੋਜਨਾਵਾਂ, ਜਿੰਨੀਆਂ ਵੀ ਨੀਤੀਆਂ ਅਸੀਂ ਦੇਸ਼ ਹਿੱਤ 'ਚ ਬਣਾਈਆਂ। ਦੇਖੋ ਇਸ ਦੇਸ਼ 'ਚ ਜਿੱਥੇ ਗੈਸ ਸਿਲੰਡਰ ਵਾਸਤੇ ਮੈਂਬਰ ਪਾਰਲੀਮੈਂਟ ਦੀ ਸਲਿੱਪ ਦੀ ਲੋੜ ਪੈਂਦੀ ਸੀ, ਉੱਥੇ ਅਸੀਂ 8 ਕਰੋੜ ਸਿਲੰਡਰ ਫ੍ਰੀ ਦਿੱਤੇ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਸੀ ਵੀ ਜੇ ਮੈਂ ਰੁਪਇਆ ਭੇਜਦਾ ਉੱਥੇ ਪਬਲਿਕ ਕੋਲ 15 ਪੈਸੇ ਪਹੁੰਚਦੇ, ਉਸ ਦੇਸ਼ 'ਚ ਅਸੀਂ 18,000 ਕਰੋੜ ਰੁਪਏ 1 ਮਿੰਟ 'ਚ ਅਸੀਂ ਬਟਨ ਪਾ ਕੇ ਲਾ ਕੇ 9 ਕਰੋੜ ਕਿਸਾਨਾਂ ਨੂੰ ਭੇਜਿਆ। ਕੋਈ ਕਿਸੇ ਤਰ੍ਹਾਂ ਦੀ ਇਹ ਜਿਹੜੀਆਂ ਚੀਜ਼ਾਂ ਰਿਫਾਰਮ ਜਿਹੜੇ ਹੈਗੇ ਆ ਉਹ ਦੇਸ਼ ਲਈ ਜ਼ਰੂਰੀ ਹੈ। ਸੋ ਦੇਸ਼ ਇਹ ਰਿਫਾਰਮ ਜਿਹੜੀ ਹੈਗੀ ਆ ਕ੍ਰਿਸ਼ੀ ਦੇ ਖੇਤਰ 'ਚ ਵੀ ਜਿਹੜੇ ਬਹੁਤ ਪਹਿਲਾਂ ਹੋਣੇ ਚਾਹੀਦੇ ਸੀਗੇ 2070-80 ਦਸ਼ਕ 'ਚ ਬਾਕੀ ਵਪਾਰ ਦੇ ਨਾਲ ਹੋਣੇ ਚਾਹੀਦੇ ਸੀਗੇ, ਉਹ ਨਹੀਂ ਹੋਏ, ਉਹਨੂੰ ਹੁਣ ਅਸੀਂ ਕੀਤਾ। ਕਿੰਨੀ ਵਾਰ ਸਮਝਾਓਗੇ ਫਾਇਦੇ, ਕਿੰਨੀ ਵਾਰ ਸਮਝਾਓਗੇ? ਸ਼ੁਰੂ ਤੋਂ ਸਮਝਾ ਰਹੇ ਹੋ, ਇੰਨੇ ਮਹੀਨੇ ਹੋ ਗਏ ਨੇ, ਅੰਦੋਲਨ ਹੁਣ ਤੇਜ਼ ਹੁੰਦਾ ਜਾ ਰਿਹਾ, ਤੁਸੀਂ ਸਮਝਾ ਕਿਉਂ ਨਹੀਂ ਪਾ ਰਹੇ ਫਾਇਦੇ ਕੀ ਨੇ? ਜਦ ਤੱਕ ਅਸੀਂ ਪੋਜ਼ਿਟਿਵ ਮਾਹੌਲ ਨਹੀਂ ਬਣਾ ਲੈਂਦੇ ਉਦ ਤੱਕ ਅਸੀਂ ਸਾਡਾ ਹਰ ਇੱਕ ਕਾਰਜਕਰਤਾ ਇਸ ਕੰਮ ਲਈ ਪ੍ਰਯਾਸ ਕਰਦਾ ਰਹੇਗਾ। ਜਦੋਂ ਇਹ ਅੰਦੋਲਨ ਸੰਘਰਸ਼ ਸ਼ੁਰੂ ਹੋਇਆ, ਪੰਜਾਬ ਤੋਂ ਸ਼ੁਰੂ ਹੋਇਆ, ਅਸੀਂ ਉਦੋਂ ਵੀ ਕਰ ਰਹੇ ਸੀ, ਹੁਣ ਵੀ ਕਰ ਰਹੇ ਹਾਂ ਤੇ ਤਾਂ ਹੀ ਇਹ ਮਾਹੌਲ ਬਣਿਆ ਨਾ। ਤੁਸੀਂ ਦੇਖੋ ਇਹ ਮਾਹੌਲ ਤਾਂ ਹੀ ਹੌਲੀ ਠੀਕ ਹੋਏਗਾ। ਪਿੱਛੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਈਵ ਹੋਏ ਤਾਂ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਾਈਸ ਚਾਂਸਲਰਸ ਨੇ ਉਹ ਲਾਈਵ ਵਿਗਿਆਨੀਆਂ ਨੂੰ ਤੇ ਵਿਦਿਆਰਥੀਆਂ ਨੂੰ ਸੁਣਾਇਆ। ਉਦੋਂ ਪੜ੍ਹੇ ਲਿਖੇ ਤਬਕੇ ਦਾ ਸਿਰ ਸ਼ਰਮ ਨਾਲ ਝੁਕਿਆ। ਵਿਗਿਆਨੀਆਂ ਨੇ ਵਿਰੋਧ ਕੀਤਾ ਇਸ ਗੱਲ ਦਾ, ਵਿਦਿਆਰਥੀਆਂ ਨੇ ਆਪਣੇ ਜਿਹੜੇ ਪ੍ਰੋਫੈਸਰਸ ਨੇ ਉਹਨਾਂ ਨੂੰ ਕਿਹਾ ਕਿ ਸਰ ਇਹ ਕੀ ਹੋ ਰਿਹਾ ਸਾਡੇ ਨਾਲ, ਸਾਨੂੰ ਜ਼ਬਰਦਸਤੀ ਮੇਰੇ ਕੋਲ ਡਾਕੂਮੈਂਟ ਹੈ। ਬਿਲਕੁਲ ਨਹੀਂ, ਇਹ ਤਾਂ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਆਪਣੀ ਗੱਲ ਰੱਖ ਰਿਹਾ ਹੈ, ਉਹਨਾਂ ਨਾਲ ਡਿਸਕਸ ਕਰ ਰਹੇ ਹੈ ਤੇ ਮੇਰੇ ਕੋਲ ਵਿਗਿਆਨੀਆਂ ਦੇ, ਮੇਰੇ ਕੋਲ ਐਕਸਪਰਟਾਈਜ਼ ਦੇ ਮੇਰੇ ਕੋਲ ਖਬਰਾਂ ਹੈਗੀਆਂ ਜਿਨ੍ਹਾਂ ਨੇ ਇਹਦਾ ਉਹ ਕੀਤਾ, ਸਮਰਥਨ ਕੀਤਾ। ਸਾਡੇ ਕੋਲ ਇੱਕ ਇੰਟਰਵਿਊ ਹੈ ਸਰ ਪੀਏਯੂ ਦੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਿਸਟਰ ਜੋਹਲ ਵਿਗਿਆਨੀ ਨੇ, ਉਹ ਕਹਿ ਰਹੇ ਨੇ ਕਿ ਮੈਂ ਜਿਨ੍ਹਾਂ ਨੇ ਆਪਣਾ ਅਵਾਰਡ ਪਿੱਛੇ ਜੇ ਐਕਸੈਪਟ ਕਰਨ ਤੋਂ ਮਨਾ ਕਰ ਦਿੱਤਾ ਸੀ, ਤੁਹਾਨੂੰ ਉਹਨਾਂ ਦਾ ਆਰਟੀਕਲ ਜ਼ਰੂਰ। ਅਵਾਰਡ ਤਾਂ ਡਰਾਮੇਬਾਜ਼ੀ ਹੈ। ਜਦ ਵੀ ਇਹ ਕਈ ਲੋਕਾਂ ਨੇ ਆਪਣੀ ਗੱਲ ਮਨਵਾਣੀ ਹੁੰਦੀ ਹੈ, ਇਹ ਅਵਾਰਡ ਦੀ ਇੱਕ ਡਰਾਮੇਬਾਜ਼ੀ ਕਰਦੇ, ਵਾਪਸ ਕਿਸੇ ਨੇ ਨਹੀਂ ਕੀਤਾ, ਕੋਈ ਨਹੀਂ ਕਰਦਾ। ਸੁਣੋ ਨਹੀਂ ਸੁਣਾ ਸੀ ਨਾ, ਤੁਸੀਂ ਦੇਖੋ, ਤੁਸੀਂ ਜਿਹੜੇ ਅੱਜ ਤੱਕ ਜਿਹਨੂੰ ਆਪਾਂ ਕ੍ਰਿਸ਼ੀ ਦਾ ਬਿਲਕੁਲ ਭੀਸ਼ਮ ਪਿਤਾਮਾ ਕਹਿੰਦੇ ਆ SS ਜੋਹਲ, ਤੇ ਉਹਨਾਂ ਨੇ ਕਿਹਾ ਵੀ ਬਿੱਲ ਫਾਇਦੇਮੰਦ ਹੈ, ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਲੈਂਦੇ? ਉਹਨਾਂ ਦੀ ਕਿਉਂ ਨਹੀਂ ਲੈਂਦੇ? ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ? ਅੱਜ ਤੱਕ ਤਾਂ ਉਹਨਾਂ ਦੇ ਹਿਸਾਬ ਨਾਲ ਚੱਲਦੇ ਰਹੇ ਆ, ਹੁਣ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਕਿਉਂ? ਉਹਨਾਂ ਨੇ ਕਹਿੰਦੇ ਵੀ ਨਹੀਂ ਫਾਇਦੇਮੰਦ ਹੈ। ਸੋ ਐਸੀ ਗੱਲ ਨਹੀਂ ਹੈ, ਕੁਝ ਲੋਕ ਇਹਦੇ ਵਿਰੋਧ ਵੀ ਕਰ ਰਹੇ, ਕੁਝ ਲੋਕ ਇਹਦੇ ਹੱਕ 'ਚ ਬੋਲ ਰਹੇ। ਠੀਕ ਹੈ। ਆਉਣ ਵਾਲੀ ਜਿਹੜੀ ਦਿਨਾਂ ਦੇ ਵਿੱਚ 4 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ, ਉਸ ਮੀਟਿੰਗ ਤੋਂ ਬਹੁਤ ਉਮੀਦਾਂ ਨੇ ਆਮ ਲੋਕਾਂ ਨੂੰ ਵੀ, ਚਾਹੇ ਉਹ ਅੰਦੋਲਨ ਦਾ ਹਿੱਸਾ ਹੈਗੇ ਜਾਂ ਨਹੀਂ ਹੈਗੇ। ਕਿਸਾਨ ਉਡੀਕ ਕਰ ਰਹੇ ਨੇ ਕਿ 4 ਤਰੀਕ ਦੀ ਮੀਟਿੰਗ ਜਿਹੜੀ ਉਹ ਫੈਸਲਾਕੁਨ ਹੋਵੇ ਤਾਂ ਕਿ ਅੰਦੋਲਨ ਖਤਮ ਹੋਵੇ, ਅਸੀਂ ਵੀ ਆਪਣੇ ਘਰਾਂ ਨੂੰ ਵਾਪਸ ਪਰਤੀਏ। ਕੀ ਲੱਗਦਾ ਤੁਹਾਨੂੰ ਇਸ ਮੀਟਿੰਗ ਦੇ ਵਿੱਚ ਕੋਈ ਫੈਸਲਾ? ਬਿਲਕੁਲ ਮੈਨੂੰ 100% ਲੱਗਦਾ। ਮਤਲਬ 3 ਬਿੱਲ ਰੱਦ ਹੋ ਜਾਣਗੇ? ਬਿਲਕੁਲ ਰੱਦ। ਦੇਖੋ ਮੇਰੀ ਗੱਲ ਸੁਣੋ, ਜਿਸ ਟਾਈਮ ਵੀ ਕੋਈ ਮੁੱਦਾ ਉੱਠਦਾ ਤਾਂ
ਤਾਂ ਆਪਸੀ ਸਮਝੌਤੇ ਨਾਲ ਦੋਨੋਂ ਧਿਰਾਂ ਇੱਕ ਮਿਡਲ ਪਾਥ ਅਡਾਪਟ ਕਰ ਰਹੀਆਂ। ਜਿਹੜੀ ਕੇਂਦਰ ਸਰਕਾਰ ਹੈ ਉਹ ਬਿਲਕੁਲ ਨਮਰਤਾ ਦੇ ਨਾਲ ਕਿਸਾਨਾਂ ਦੀ ਰਾਏ ਦੇ ਨਾਲ ਆਪਸੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਔਰ ਜਿਸ ਤਰ੍ਹਾਂ ਪਿੱਛੇ ਸਹਿਮਤੀ ਬਣੀ ਹੈ ਤੇ ਅੱਗੇ ਵੀ ਸਹਿਮਤੀ ਬਣੇਗੀ। ਕਿਸਾਨ ਕਹਿ ਰਹੇ ਨੇ ਕਿ ਜੇ 4 ਤਰੀਕ ਦੀ ਮੀਟਿੰਗ ਦੇ ਵਿੱਚ ਫੈਸਲਾ ਨਾ ਹੋਇਆ ਤਾਂ 26 ਤਰੀਕ ਨੂੰ ਪਰੇਡ ਦੇ ਵਿੱਚ ਟਰੈਕਟਰ ਲੈ ਕੇ ਪਹੁੰਚਾਂਗੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ। ਸਾਡਾ ਪ੍ਰਯਾਸ ਹੈ ਵੀ ਉਦੋਂ ਤੱਕ ਜਿਹੜਾ ਹੈਗਾ ਇਹ ਮਸਲਾ ਸਾਰਾ ਖਤਮ ਹੋਵੇ। ਠੀਕ ਹੈ, ਉਮੀਦ ਅਸੀਂ ਵੀ ਇਹੀ ਕਰਦੇ ਹਾਂ ਕਿ ਕਿਸਾਨਾਂ ਦੀਆਂ ਇਹਨਾਂ ਮੁਸ਼ਕਲਾਂ ਦਾ ਹੱਲ ਜਲਦੀ ਹੋਵੇ। ਕਿਸਾਨ ਸੰਘਰਸ਼ ਇਸ ਵੇਲੇ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ ਨੇ ਆਪਣੇ ਹੱਕਾਂ ਨੂੰ ਲੈ ਕੇ ਵਜਦ ਨੇ ਕਿ 3 ਬਿੱਲ ਰੱਦ ਕਰਵਾ ਕੇ ਵਾਪਸ ਮੁੜਨਗੇ। ਪ੍ਰਵੀਨ ਬਾਂਸਲ ਜੀ ਦਾ ਕਹਿਣਾ ਹੈ ਕਿ ਜਿਹੜੀ 4 ਦੀ ਮੀਟਿੰਗ ਹੋਏਗੀ ਉਸ ਤੋਂ ਉਮੀਦਾਂ ਨੇ ਕਿ ਮੀਟਿੰਗ ਜਿਹੜੀ ਉਹ ਫੈਸਲਾਕੁਨ ਹੋਵੇਗੀ, ਚੰਗੇ ਸਿੱਟੇ ਨਿਕਲਣਗੇ ਤੇ ਇਸ ਅੰਦੋਲਨ ਦੀ ਸਮਾਪਤੀ ਹੋਏਗੀ, ਕਿਸਾਨ ਆਪਣੇ ਘਰ ਵਾਪਸ ਪਰਤਣਗੇ। ਇਸ ਖਾਸ ਮੁਲਾਕਾਤ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਧੰਨਵਾਦ। ਥੈਂਕ ਯੂ।